ਸਾਬਕਾ ਡੀਜੀਪੀ ਦੀ ਜਦੋਂ ਉਹਦੀ ਨਿਯੁਕਤੀ ਹੁੰਦੀ ਹੈ, ਡੀਜੀਪੀ ਬਣਦਾ ਸੁਮੇਧ ਸੈਣੀ, ਉਹਨੂੰ ਚੁਣੌਤੀ ਦਿੱਤੀ ਜਾਂਦੀ ਹੈ ਹਾਈ ਕੋਰਟ ਦੇ। ਤੁਹਾਨੂੰ ਉਹਦੇ ਬਾਰੇ ਕੀ ਕੁਝ ਜਾਣਕਾਰੀ? ਸਾਡੇ ਜੀ ਜਸਟਿਸ ਜਿਹੜੇ ਟੀਰਥ ਸਿੰਘ ਠਾਕੁਰ ਸਾਡੇ ਉਸ ਕਿਸਮ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੀ। ਉਸ ਤੋਂ ਬਾਅਦ ਉਹ ਰਿਟਾਇਰ ਹੋਣੇ ਚੀਫ ਜਸਟਿਸ ਆਫ ਇੰਡੀਆ। ਤਾਂ ਉਹਨਾਂ ਵੇਲੇ 'ਚ ਇੱਕ ਲੈਟਰ ਗਈ ਸੀ ਕਿ ਸਾਡੇ ਜੱਜਿਸ ਦੇ ਫੋਨ ਟੈਪ ਹੋਏ। ਅਸੀਂ ਕਿਹਾ ਉਦੋਂ ਸਾਡੇ ਇਹ ਗੱਲ ਸੀਗੀ ਕਿ ਜੀ ਇਹ ਸੁਮੇਧ ਸਿੰਘ ਸੈਣੀ ਦਾ ਇੱਥੇ ਅਜੀਤ ਸਿੰਘ ਪੂਲਾ ਆ ਗਿਆ ਸੀ ਔਰ ਜਿਸ ਸੁਮੇਧ ਸਿੰਘ ਸੈਣੀ ਦੇ ਖਿਲਾਫ ਇੱਕ ਕੇਸ ਚੱਲ ਰਿਹਾ ਸੀ। ਅੱਗੇ ਸਾਰੇ ਨਿਹੰਗਾਂ ਨੇ ਆ ਕੇ ਤੇ ਉਹਨਾਂ ਨੇ ਬੰਦ ਕਰਕੇ ਦਰਵਾਜ਼ੇ ਬੰਦ ਕਰ ਲਏ ਸੀ। ਉਹ ਹੋ ਗਿਆ ਸੀ। ਉਸ ਤੋਂ ਬਾਅਦ ਸਾਡੇ ਸਾਨੂੰ ਇਹ ਵੀ ਪਤਾ ਲੱਗਿਆ ਸਾਡੇ ਜਿਹੜੇ ਉਸ ਵੇਲੇ ਦੇ ਜਿਹੜੇ ਜੱਜ ਸੁਣਵਾਈ ਕਰ ਰਹੇ ਸੀ ਤਾਂ ਉਹਨਾਂ ਨੂੰ ਵੀ ਧਮਕੀਆਂ ਸੀ। ਟੱਕਰ ਲੈਣੀ ਸੌਖੀ ਨਹੀਂ ਸੀ ਸੁਮੇਧ ਸੈਣੀ ਦੀ। ਸਾਲ 2012 ਰਿਟਾਇਰਮੈਂਟ 2018 ਕਿ ਜੇ 5 ਸਾਲ ਅਕਾਲੀ ਦਲ ਦੇ ਕੱਢ ਵੀ ਦੇਊਗਾ ਤਾਂ ਡੀਜੀਪੀ ਰਹਿ ਗਏ ਤਾਂ ਵੀ 2018 'ਚ ਰਿਟਾਇਰ ਹੋਣਾ। ਬਿਲਕੁਲ। ਔਰ ਸਾਨੂੰ ਪਤਾ ਸੀ ਕਿ ਜਿਹੜੇ ਇਹਦੇ ਕੇਸਿਸ ਉਹ ਕਿੱਥੇ ਜਾ ਕੇ ਰੁਕੇ ਹੋਏ ਆ। ਤੁਹਾਨੂੰ ਇਹਦੇ ਸਮੇਂ ਦੌਰਾਨ ਕੋਈ ਧਮਕੀਆਂ ਵਗੈਰਾ ਨਹੀਂ ਮਿਲੀਆਂ? ਤੁਹਾਨੂੰ ਕੋਈ ਡਰਾਵਾ ਦਿੱਤਾ ਗਿਆ ਹੋਵੇ? ਕਿਉਂਕਿ ਤੁਸੀਂ ਉਸ ਉਮਰ ਦੇ ਵਿੱਚ ਜਿਹੜਾ ਉਸ ਸਮੇਂ ਦੇ ਵਿੱਚ ਸਰਕਾਰ ਨੂੰ ਚੁਣੌਤੀ ਦੇਣਾ ਸਿੱਧਾ ਤੁਹਾਨੂੰ ਨਾ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਸ ਬੰਦੇ ਦੇ ਖਿਲਾਫ ਤੁਸੀਂ ਜਾ ਰਹੇ ਹੋ ਉਹਦੀ ਅਪਰੋਚ ਕਿੱਥੇ ਹੈ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਇਸ ਵੇਲੇ ਅਸੀਂ ਕੁਝ ਨਵੀਆਂ ਰਿਪੋਰਟਾਂ ਜਿਹੜੀਆਂ ਲੈ ਕੇ ਆਏ ਹਾਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਲੈ ਕੇ। ਨਵੇਂ ਖੁਲਾਸੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਐਸਐਸਪੀ ਡੀਜੀਪੀ ਬਣਦਾ ਹੈ। ਉਹਦੀ ਨਿਯੁਕਤੀ ਨੂੰ ਜਿਹੜਾ ਉਹ ਚੁਣੌਤੀ ਦਿੱਤੀ ਜਾਂਦੀ ਹੈ ਹਾਈ ਕੋਰਟ ਦੇ ਵਿੱਚ। ਮੌਕੇ ਦੇ ਜਿਹੜੀ ਉਸ ਕੇਸ ਦੇ ਵਿੱਚ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੈ, ਹਾਈ ਕੋਰਟ ਦੇ ਜਿਹੜੇ ਵਕੀਲ ਨੇ ਗੁਰਿੰਦਰ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ। ਉਹਨਾਂ ਤੋਂ ਜਾਣਾਂਗੇ ਕਿ ਆਖਿਰਕਾਰ ਬਾਦਲਾਂ ਦਾ ਕੈਪਟਨ ਦਾ ਕਿਸ ਤਰ੍ਹਾਂ ਦਾ ਥਾਪੜਾ ਰਿਹਾ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ, ਤੇ ਇਹਨਾਂ ਨੂੰ ਕੋਈ ਧਮਕੀਆਂ ਮਿਲੀਆਂ ਜਾਂ ਨਹੀਂ ਮਿਲੀਆਂ। ਅਜੀਤ ਸਿੰਘ ਪੂਲਾ ਨਿਹੰਗ ਜਿਹੜਾ ਕਾਫੀ ਚਰਚਾ ਵਿੱਚ ਸੀਗਾ, ਉਸ ਦੇ ਬਾਰੇ ਵੀ ਇਹ ਕਾਫੀ ਖੁਲਾਸੇ ਕਰਨਗੇ। ਇਹਨਾਂ ਤੋਂ ਜਾਣਨਾ ਚਾਹਾਂਗੇ। ਗੁਰਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ D5 ਚੈਨਲ ਪੰਜਾਬੀ ਤੇ। ਸ਼ੁਕਰੀਆ। ਗੁਰਿੰਦਰ ਜੀ, ਸਭ ਤੋਂ ਪਹਿਲਾਂ ਇਹ ਦੱਸੋ, ਜਿਵੇਂ ਮੈਂ ਦੱਸਿਆ ਦਰਸ਼ਕਾਂ ਨੂੰ ਕਿ ਤੁਸੀਂ ਜਿਹੜਾ ਚੁਣੌਤੀ ਜਿਹੜੀ ਸਾਬਕਾ ਡੀਜੀਪੀ ਦੀ ਜਦੋਂ ਉਹਦੀ ਨਿਯੁਕਤੀ ਹੁੰਦੀ ਹੈ, ਡੀਜੀਪੀ ਬਣਦਾ ਸੁਮੇਧ ਸੈਣੀ, ਉਹਨੂੰ ਚੁਣੌਤੀ ਦਿੱਤੀ ਜਾਂਦੀ ਹੈ ਹਾਈ ਕੋਰਟ ਦੇ। ਤੁਹਾਨੂੰ ਉਹਦੇ ਬਾਰੇ ਕੀ ਕੁਝ ਜਾਣਕਾਰੀ ਹੈ? ਗੱਲ ਇਸ ਤਰ੍ਹਾਂ ਜੀ ਕਿ ਆਪਣੀ ਜਿਹੜੀ ਗੱਲ ਦੀ ਜਿਹੜੀ ਸ਼ੁਰੂਆਤ ਹੁੰਦੀ ਆ, ਆਪਾਂ ਮੈਂ ਡੇਟ ਵਾਈਜ਼ ਤਰੀਕਾਂ ਦੇ ਮੁਤਾਬਕ ਮੈਂ ਦੱਸਣਾ ਚਾਹੁੰਦਾ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ। 2012 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਦੀ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਦੁਬਾਰੇ ਸਰਕਾਰ ਰਿਪੀਟ ਹੁੰਦੀ ਹੈਗੀ ਔਰ ਉਸ ਵੇਲੇ ਚੱਪੜ ਚਿੜੀ ਜਿਹੜਾ ਸਿੱਖਾਂ ਦਾ ਪਹਿਲਾ ਸਿੱਖ ਰਾਜ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਚੱਪੜ ਚਿੜੀ ਦਾ ਮੈਦਾਨ ਫਤਿਹ ਹੁੰਦਾ ਤਾਂ ਉਦੋਂ ਸਿੱਖ ਰਾਜ ਦੀ ਕਹਿੰਦੇ ਨੀਂਹ ਰੱਖੀ ਗਈ ਸੀ। ਉੱਥੇ ਸਹੁੰ ਚੁੱਕ ਸਮਾਗਮ ਹੁੰਦਾ। ਹੁਣ ਤੁਸੀਂ ਮੈਂ ਇਸ ਚੀਜ਼ ਨੂੰ ਮੰਨਦਾ ਕਿ ਜਿਹੜਾ ਉੱਥੋਂ ਦਾ ਸਹੁੰ ਚੁੱਕ ਸਮਾਗਮ ਹੈ ਉਹ ਇੱਕ ਖਾਲਸਾ ਰਾਜ, ਕਿਉਂਕਿ ਪੰਥਕ ਪਾਰਟੀ ਹੈ, ਬਿਲਕੁਲ ਉਸ ਸੰਕਲਪ ਨੂੰ ਲੈ ਕੇ ਜਾਂ ਉਸ ਦਿਨ ਨੂੰ ਦੇ ਵੱਲ ਕੇਂਦਰਿਤ ਕਰਕੇ ਇੱਕ ਸਰਕਾਰ ਨੇ ਉੱਥੇ ਸਹੁੰ ਚੱਕੀ। ਕਿਉਂਕਿ ਸਹੁੰ ਚੁੱਕਣ ਦਾ ਤਾਂ ਹੋਰ ਕੋਈ ਮਤਲਬ ਨਹੀਂ, ਐਡੇ ਹੋਰ ਸਟੇਡੀਅਮ ਬਣੇ ਹੋਏ ਹੈਗੇ। ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਂ ਜਿਹੜੀ ਉਹ ਜਿੱਤ ਹੋਈ ਹੈਗੀ, ਜਿੱਥੇ ਸਾਡੇ ਸਾਰੇ ਜਰਨੈਲ ਸਿੱਖ ਜਰਨੈਲਾਂ ਦੇ ਆ, ਬਾਬਾ ਫਤਿਹ ਸਿੰਘ ਹੋ ਗਿਆ, ਦੂਸਰੇ ਜਿਹੜੇ ਜਰਨੈਲ ਹੈਗੇ ਉੱਥੇ ਉਹਨਾਂ ਦੇ ਉੱਥੇ ਕੀ ਹੈਗਾ, ਮਤਲਬ ਸੰਗਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਲੋਕਾਂ 'ਚ ਕਿ ਪੰਥਕ ਪਾਰਟੀ ਹੈ ਤੇ ਅਸੀਂ ਉੱਥੋਂ ਹੀ ਸ਼ੁਰੂਆਤ ਜਿਹੜੀ ਕਰ ਰਹੇ ਖਾਲਸਾ ਰਾਜ ਦਿਖਾਉਣ ਦੀ। ਕਿਉਂਕਿ ਉੱਥੋਂ ਇੱਕ ਸੁਪਨਾ ਵੀ ਸ਼ੁਰੂ ਹੋਇਆ ਸੀ ਕਿ ਜੀ 25 ਸਾਲ ਹੁਣ ਸਾਡੀ ਸਰਕਾਰ ਨਹੀਂ ਜਾਣੀ, ਅਸੀਂ ਇਹ ਰਾਜ ਨਹੀਂ ਸੇਵਾ ਕਰਨੀ ਹੈ। ਉੱਥੇ ਕੀ ਹੁੰਦਾ ਜੀ ਕਿ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਪਹਿਲੀ ਫਾਈਲ ਕਲੀਅਰ ਹੁੰਦੀ ਆ। ਉਸ ਵੇਲੇ ਹੋਮ ਮਿਨਿਸਟਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ, ਡਿਪਟੀ CM ਵੀ ਸੀ। ਉਹਨਾਂ ਨੇ ਜਿਹੜੀ ਪਹਿਲੀ ਫਾਈਲ ਹੈਗੀ 14 ਮਾਰਚ ਨੂੰ ਉਹਨਾਂ ਨੇ ਕੀਤੀ ਹੈ ਸੁਮੇਧ ਸਿੰਘ ਸੈਣੀ DGP ਪੰਜਾਬ। ਹਰ ਪਾਸੇ ਬੜੀ ਹੈਰਾਨੀ ਹੋ ਰਹੀ ਸੀ ਕਿ ਕਿਵੇਂ ਹੋ ਗਿਆ। ਅਸੀਂ ਕੀ ਸੀ ਕਿ ਅਸੀਂ ਹਾਈ ਕੋਰਟ ਦੇ ਵਿੱਚ ਅਸੀਂ ਵਕਾਲਤ ਕਰਦੇ ਨੂੰ ਮੈਨੂੰ ਅਸੀਂ ਸਾਰੇ ਜਿੰਨੇ ਅਸੀਂ ਸਾਡੇ ਗਰੁੱਪਸ ਜਿਵੇਂ ਹੁੰਦੇ ਆ ਵਕੀਲਾਂ ਦੇ ਜਿਹੜਾ ਅਸੀਂ ਬੈਠਦੇ ਹਾਂ ਮੋਸਟਲੀ, ਤੁਸੀਂ ਹਾਈ ਕੋਰਟ ਜਾਂਦੇ ਹੋ ਸਾਡੇ ਟੀ ਗਰੁੱਪਸ ਹੁੰਦੇ ਆ, ਅਸੀਂ ਦੁਪਹਿਰੇ ਕੇਸ ਕਰਦੇ ਉੱਥੇ ਆ ਕੇ ਬੈਠਦੇ ਰਹਿੰਦੇ। ਉੱਥੇ ਸਾਡੀ ਇਹੀ ਗੱਲ ਚੱਲੀ ਸੀ ਕਿ ਇਹ ਕੀ ਚੀਜ਼ ਹੋ ਰਹੀ ਹੈ, ਇਹ ਹੋ ਕੀ ਗਿਆ ਹੈਗਾ, ਕਿ ਹਾਊ ਇਜ਼ ਇਟ ਪੋਸੀਬਲ, ਇਹ ਕਿਵੇਂ ਪੋਸੀਬਲ ਹੋ ਗਿਆ ਹੈਗਾ ਕਿ ਇਸ ਤੋਂ ਤਾਂ ਅੱਗੇ 6 DGP ਹੈਗੇ। ਅਨਿਲ ਕੌਸ਼ਿਕ ਸਿਟਿੰਗ DGP ਹੈ, ਰਜਿੰਦਰ ਸਿੰਘ ਹੈ, ਰਾਜਨ ਗੁਪਤਾ, ਸ਼ਸ਼ੀਕਾਂਤ ਹੈ ਔਰ ਦੋ ਮੈਂ ਹੁਣ ਨਾਮ ਮੇਰੇ ਚੇਤੇ ਨਹੀਂ ਆ ਰਹੇ। ਇਹ 6 DGP ਸੀ ਇਹਦੇ ਵਿੱਚ ਨਾ।
ਔਰ ਇਹ ਜਿਹੜੇ 6 ਦੇ 6 ਡੀਜੀਪੀ ਹੈਗੀ ਇਹਨਾਂ ਨੂੰ ਇਹ ਸੁਪਰਸੀਡ ਕਰ ਰਿਹਾ। ਚਲੋ ਬੰਦਾ 3 ਦੀ ਲਿਸਟ ਬਣਾ ਲੈਂਦਾ ਹੈਗਾ ਨਾ, ਤਾਂ ਇਹ ਇੱਕ ਸੰਜੀਵ ਗੁਪਤਾ ਵੀ ਉਹਦੇ ਵਿੱਚ ਸੀ। ਸੰਜੀਵ ਗੁਪਤਾ, ਰਾਜਨ ਗੁਪਤਾ, ਅਨਿਲ ਕੌਸ਼ਿਕ, ਰਜਿੰਦਰ ਸਿੰਘ, ਸ਼ਸ਼ੀਕਾਂਤ ਔਰ ਇੱਕ ਹੋਰ ਸੀ ਵੀ ਇਹਨਾਂ ਨੂੰ ਸੁਪਰਸੀਡ ਕਿਵੇਂ ਕਰ ਰਿਹਾ। ਚਲੋ ਅਸੀਂ ਕਿਹਾ ਵੀ ਚਲੋ ਸੁਪਰਸੀਡ ਕਰਨਾ ਇੱਕ ਕੁਆਲਿਟੀ ਹੁੰਦੀ ਹੈ ਨਾ ਆਫਿਸਰ ਦੀ, ਸ਼ਾਇਦ ਕਮੈਂਡੇਸ਼ਨ ਸਰਟੀਫਿਕੇਟਸ ਹੋਣਗੇ ਪਰ ਅਸੀਂ ਕਿਹਾ ਵੀ ਇੱਕ ਚੀਜ਼ ਹੋਰ ਵੀ ਇਹਦੇ 'ਚ ਬੜੀ ਹੈਰਾਨੀ ਭਰਪੂਰ ਇਹ ਹੈਗੀ ਕਿ ਆਪਣੇ ਹਾਈ ਕੋਰਟ ਦੇ ਵਿੱਚ ਜੱਜਾਂ ਦਾ ਸਾਡੇ ਜਸਟਿਸ ਜਿਹੜੇ ਤੀਰਥ ਸਿੰਘ ਠਾਕੁਰ ਸਾਡੇ ਉਸ ਕਿਸਮ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੀ, ਉਸ ਤੋਂ ਬਾਅਦ ਉਹ ਰਿਟਾਇਰ ਹੋਣੇ ਚੀਫ ਜਸਟਿਸ ਆਫ ਇੰਡੀਆ। ਤਾਂ ਉਹਨਾਂ ਵੇਲੇ 'ਚ ਇੱਕ ਲੈਟਰ ਗਈ ਸੀ ਕਿ ਸਾਡੇ ਜੱਜਿਸ ਦੇ ਫੋਨ ਟੈਪ ਹੋ ਰਹੇ ਆ, ਤੇ ਅਸੀਂ ਕਿਹਾ ਉਦੋਂ ਸਾਡੇ ਇਹ ਗੱਲ ਸੀਗੀ ਕਿ ਜੀ ਇਹ ਸੁਮੇਧ ਸਿੰਘ ਸੈਣੀ ਕਰਾ ਰਿਹਾ। ਉਸ ਤੋਂ ਪਹਿਲਾਂ ਕੀ ਗੱਲ ਚੱਲਦੀ ਹੈਗੀ 1994 ਦੇ ਨੇੜੇ ਕਰੀਬ ਸਾਨੂੰ ਦੱਸਿਆ ਜਾਂਦਾ, ਜੋ ਅਕਸਰ ਗੱਲਾਂ ਹੁੰਦੀਆਂ ਕਿ ਇੱਥੇ ਨਿੰਗ ਅਜੀਤ ਸਿੰਘ ਪੂਲਾ ਆ ਗਿਆ ਸੀ ਔਰ ਜਿਸ ਸੁਮੇਧ ਸਿੰਘ ਸੈਣੀ ਦੇ ਖਿਲਾਫ ਇੱਕ ਕੇਸ ਚੱਲ ਰਿਹਾ ਸੀ, ਤਾਂ ਉਹਨੇ ਜਿਹੜੀਆਂ ਸਾਡੀਆਂ ਤੁਸੀਂ ਹਾਈ ਕੋਰਟ ਜਾਓਗੇ ਤਾਂ ਜਿਸ ਵਕਤ ਸਾਡਾ ਫਰੰਟ ਰੋ ਹੁੰਦੀ ਹੈਗੀ, ਜਿੱਥੇ ਅਸੀਂ ਡਾਇਸ ਹੁੰਦਾ, ਜਿੱਥੇ ਅਸੀਂ ਖੜ ਕੇ ਆਰਗਿਊ ਕਰਦੇ ਹਾਂ ਕੇਸਿਸ ਨੂੰ, ਤਾਂ ਉੱਥੇ ਉਹ ਕਹਿੰਦੇ ਵੀ ਅੱਗੇ ਸਾਰੇ ਨਿਹੰਗਾਂ ਨੇ ਆ ਕੇ ਤੇ ਉਹਨਾਂ ਨੇ ਬੰਦ ਕਰਕੇ ਦਰਵਾਜ਼ੇ ਬੰਦ ਕਰ ਲਏ ਸੀ, ਉਹ ਹੋ ਗਿਆ ਸੀ। ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਸਾਡੇ ਜਿਹੜੇ ਉਸ ਵੇਲੇ ਦੇ ਜਿਹੜੇ ਜੱਜ ਸੁਣਵਾਈ ਕਰ ਰਹੇ ਸੀ ਤਾਂ ਉਹਨਾਂ ਨੂੰ ਵੀ ਧਮਕੀਆਂ ਸੀ। ਇਹ ਕਾਫੀ ਗੱਲਾਂ ਸਾਡੀਆਂ ਇਹ ਉਸ ਤੋਂ ਜੋ ਚੱਲੀਆਂ ਤੇ ਫਿਰ ਕਹਿੰਦੇ ਵੀ ਆਪਾਂ ਹੁਣ ਕੀ ਕਰਗੇ ਨਾ। ਉਸ ਤੋਂ ਬਾਅਦ ਕੀ ਸੀ ਕਿ ਅਸੀਂ ਵੀ ਹੁਣ ਅਸੀਂ ਚਲੋ ਗੱਲ ਚੱਲੀ ਸਾਡੀ, ਇਹ ਗੱਲ ਇਹ ਤਾਂ ਨਹੀਂ ਹੁੰਦਾ ਕਿ ਇਨਸਟੈਂਟ ਵਿਚਾਰਾਂ, ਫਿਰ ਅਸੀਂ ਅਗਲੇ 2-3 ਦਿਨਾਂ 'ਚ ਅਸੀਂ ਬੈਠੇ ਤਾਂ ਸਾਡੀ ਇਹ ਗੱਲ ਹੋਈ ਕਿ ਕੀਤਾ ਕੀ ਜਾਏ। ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੈਨੂੰ ਉਹਨਾਂ ਦਾ ਕੋਈ ਕੇਸ ਸੀ, ਮੇਰੇ ਤੋਂ ਕੋਈ ਰਾਇ ਸੀ ਲੈਣੀ, ਉਹਨਾਂ ਨੇ ਕੋਈ ਕੇਸ ਦੇ ਬਾਰੇ ਸੀ ਜੋ ਉਹ ਕਰਦੇ ਸੀ। ਤਾਂ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਮਾਨ ਸਾਹਿਬ ਵੀ ਸਾਰੇ ਚੁੱਪ ਬੈਠੇ ਆ ਤੇ ਇਸ ਚੀਜ਼ ਬਾਰੇ ਤੁਹਾਨੂੰ ਬੋਲਣਾ ਚਾਹੀਦਾ। ਉਹ ਕਹਿੰਦੇ ਮੈਂ ਤਾਂ ਬੋਲ ਰਿਹਾ ਹੈਗਾ, ਤਾਂ ਮੈਂ ਬੋਲੂੰਗਾ। ਉਹਨਾਂ ਨੇ ਬਿਆਨ ਦਿੱਤਾ। ਤਾਂ ਅਸੀਂ ਫਿਰ ਕੀ ਕੀਤਾ ਕਿ ਮੇਰੇ ਦੋਸਤ ਨੇ ਐਡਵੋਕੇਟ ਸਿਮਰਨਜੀਤ ਸਿੰਘ ਮੈਂ ਪਹਿਲਾਂ ਵੀ ਮੈਨੂੰ ਕਿਸੇ ਦੱਸਣ ਦਾ ਮੌਕਾ ਮਿਲਿਆ ਕਿ ਜੋ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਪਿਓਰਾ, ਜਗਤਾਰ ਸਿੰਘ ਤਾਰਾ, ਇਹਨਾਂ ਦੇ ਜਿਹੜੇ ਵਕੀਲ ਹੈ ਤੁਹਾਡੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਨਿਹੰਗ ਸਿੰਘ ਸੀ ਜਿਹਦਾ ਉਹ ਰਣਜੀਤ ਸਿੰਘ ਦਾ ਕਾਫੀ ਚਰਚਿਤ ਵਕੀਲ ਨੇ ਸਿਮਰਨਜੀਤ ਸਿੰਘ, ਉਹਨਾਂ ਦਾ ਉਹ ਸੀ ਮੇਰੇ ਨਾਲ। ਤਾਂ ਉਹਨਾਂ ਨੂੰ ਮੈਂ ਕਿਹਾ ਵੀ ਅਸੀਂ ਦੋਨੇ ਜਾਣੇ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਜਿਹੜਾ ਕਿਲ੍ਹਾ ਹਰਨਾਮ ਸਿੰਘ ਹੈ ਤਲਾਣੀਆਂ ਪਿੰਡ ਦੇ ਬਿਲਕੁਲ ਨਜ਼ਦੀਕ ਨਾਲ ਪੈਂਦਾ, ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲੇ ਪਹੁੰਚੇ। ਤਾਂ ਮੈਂ ਸਰਦਾਰ ਜੀ ਨੂੰ ਕਿਹਾ ਵੀ ਸਰਦਾਰ ਸਾਹਿਬ ਵੀ ਇਹ ਗੱਲ ਹੋ ਗਈ ਤੇ ਵੀ ਸ਼ੁੱਡ ਚੈਲੰਜ। ਤੇ ਅਸੀਂ ਕਿਹਾ ਜੀ, ਉਹ ਕਹਿੰਦੇ ਵੀ ਵਜ੍ਹਾ, ਅਸੀਂ ਕਿਹਾ ਵੀ ਸਾਨੂੰ ਅਸੀਂ ਕਿਉਂਕਿ ਨੈਚੁਰਲ ਸੀ ਇੱਕ ਸਾਨੂੰ ਬਹੁਤ ਦਲੇਰ ਬੰਦਾ ਚਾਹੀਦਾ ਹੈਗਾ ਜਿਹਦੇ ਪੈਰਾਂ 'ਚ ਦਮ ਹੋਏ, ਜਿਹੜਾ ਕੰਪਰੋਮਾਈਜ਼ ਨਾ ਕਰੇ, ਬਿਲਕੁਲ ਉਹੀ ਬੰਦਾ ਇੱਥੇ ਖੜੂਗਾ। ਬਿਲਕੁਲ ਟੱਕਰ ਲੈਣੀ ਸੌਖੀ ਨਹੀਂ ਸੀ ਸੁਮੇਧ ਸੈਣੀ ਦੇ। ਹਾਂਜੀ, ਕਿਉਂਕਿ ਉਸ ਵੇਲੇ ਦਾ ਜਿਸ ਵੇਲੇ ਦੇ ਹਾਲਾਤ ਇਹ ਬਣੇ ਹੋਏ ਸੀਗੇ ਤੇ ਔਰ ਬੰਦੇ ਨੇ ਡੀਜੀਪੀ ਰਹਿਣਾ ਸਾਲ 2012, ਰਿਟਾਇਰਮੈਂਟ 2018 'ਚ, ਵੀ ਜੇ 5 ਸਾਲ ਅਕਾਲੀ ਦਲ ਦੇ ਕੱਢ ਵੀ ਦੇਊਗਾ ਤਾਂ ਡੀਜੀਪੀ ਰਹਿ ਗਏ ਤਾਂ ਵੀ 2018 'ਚ ਇਹਨੇ ਰਿਟਾਇਰ ਹੋਣਾ। ਬਿਲਕੁਲ। ਔਰ ਸਾਨੂੰ ਪਤਾ ਸੀ ਕਿ ਜਿਹੜੇ ਇਹਦੇ ਕੇਸਿਸ ਉਹ ਕਿੱਥੇ ਜਾ ਕੇ ਰੁਕੇ ਹੋਏ ਹੈਗੇ, ਬਾਕੀ ਦੇ ਚਰਚਾ ਤਾਂ ਉੱਥੇ ਹੀ ਹੁੰਦੀ ਰਹਿੰਦੀ ਸੀ ਅਕਸਰ, ਕਿਉਂਕਿ ਉੱਥੇ ਜੀ ਮੋਸਟਲੀ ਤੁਸੀਂ ਇਹ ਨਾ ਸੋਚੋ ਕਿ ਵਕੀਲਾਂ ਨੂੰ ਸਾਡੇ ਕੋਲੇ ਹਰ ਤਰੀਕੇ ਦੇ ਇੱਥੇ ਕੇਸਿਸ ਆਪਸ 'ਚ ਡਿਸਕਸ ਹੁੰਦੇ ਰਹਿੰਦੇ ਹੈਗੇ। ਨਾਲੇ ਉਸ ਵੇਲੇ ਪੂਰੇ ਪੰਜਾਬ ਨੂੰ ਪਤਾ ਸੀ ਕਿ ਡੀਜੀਪੀ ਸੁਮੇਧ ਸੈਣੀ ਕਰਦੇ ਕੀ ਨੇ। ਮੈਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਕਹਿੰਦੇ ਕਿ ਜੀ ਫਿਰ ਕੀ ਕਰੀਏ। ਮੈਂ ਕਿਹਾ ਜੀ ਗੱਲ ਇਸ ਤਰ੍ਹਾਂ ਕਿ ਜੀ ਸਾਨੂੰ ਇਹਦੇ ਲਈ ਇੱਕ ਵਕੀਲ ਨੇ KN ਬਾਲਗੋਪਾਲ, ਐਡਵੋਕੇਟ ਜਨਰਲ ਨਾਗਾਲੈਂਡ ਨੇ, ਔਰ ਉਹਨਾਂ ਦੇ ਨਾ ਜਿਵੇਂ ਉਹ ਇੱਕ ਕਿਸੇ ਗੱਲ ਤੋਂ ਉਹਨਾਂ ਦੇ ਨਾ ਮਨ ਦੇ ਵਿੱਚ ਬਹੁਤ ਵੱਡੀ ਗੱਲ ਹੈਗੀ ਕਿ ਜਿਹੜਾ ਮੁਲਤਾਨੀ ਦਾ ਕੇਸ ਦਵਿੰਦਰਪਾਲ ਸਿੰਘ ਭੁੱਲਰ ਦਾ, ਜਿਹੜਾ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ, ਉਹਦੇ 'ਚ ਉਹਨਾਂ ਦੇ ਵਕੀਲ ਸੀਗੇ ਆਪਣਾ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਵੱਲੋਂ। ਤੇ ਇਸ ਕਰਕੇ ਕਿ ਉਹਨਾਂ ਨੂੰ ਬੜਾ ਰੰਜ ਹੈ ਇਸ ਚੀਜ਼ ਦਾ ਕਿ ਵੀ ਮੇਰਾ ਕੇਸ ਬਹੁਤ ਵਧੀਆ ਸੀ, ਕਿਸੇ ਵੀ ਕੇਸ ਕਾਲ ਦੇ ਵਿੱਚ ਇਹ ਕੇਸ ਨੂੰ ਹਾਰ ਨਹੀਂ ਸਕਦੇ ਸੀ ਤੇ ਸਾਡੇ ਖਿਲਾਫ ਕੇਸ ਹੋਇਆ ਵੀ ਉਹ ਕਹਿੰਦੇ ਸੀ। ਤੇ ਮੈਨੂੰ ਇਹ ਕਿ ਵੀ ਆਪਾਂ ਨੂੰ ਉਹਨਾਂ ਨੂੰ ਇੰਗੇਜ ਕਰਨਾ ਚਾਹੀਦਾ ਹੈਗਾ, ਕਿਉਂਕਿ ਇਹ ਬੰਦੇ ਉਹ ਹੁੰਦੇ ਜਿਹੜੇ ਲਾਲਚ ਵੀ ਨਹੀਂ ਕਰਦੇ ਹੁੰਦੇ ਕਿਸੇ ਕਿਸਮ ਦਾ। ਤਾਂ ਮੈਨੂੰ ਮਾਨ ਸਾਹਿਬ ਕਹਿੰਦੇ ਕਿ ਜੀ ਆਪਣੇ ਕੋਲ ਪੈਸਾ ਨਹੀਂ ਹੋਣਾ ਇਸ ਚੀਜ਼ ਦੇ ਲਈ। ਤੇ ਮੈਂ ਕਿਹਾ ਜੀ ਆਪਾਂ ਪੈਸਾ ਤਾਂ ਇਕੱਠਾ ਹੋ ਜਾਂਦਾ ਹੁੰਦਾ ਹੈਗਾ, ਬਿਲਕੁਲ ਪੈਸੇ ਤਾਂ ਆਪਾਂ ਅਰੇਂਜ ਕਰ ਲਾਂਗੇ। ਤਾਂ ਮੈਨੂੰ ਮਾਨ ਸਾਹਿਬ ਕਹਿੰਦੇ ਕਿ ਮੈਂ ਕੇਸ ਪਾਊਂਗਾ ਪਰ ਸਰ ਤੁਸੀਂ ਮੇਰੇ ਵਕੀਲ ਹੋਵੋਗੇ। ਮੈਂ ਕਿਹਾ ਜੀ ਮੈਂ ਕੇਸ ਨਹੀਂ ਜਿੱਤ ਸਕਣਾ ਕਿਉਂਕਿ ਸਟੇਟ ਦੇ ਖਿਲਾਫ ਕੇਸ ਹੈ ਇਹ। ਉਹ ਮੈਨੂੰ ਉਹਨਾਂ ਦਾ ਜਵਾਬ ਸੀ ਕਿ ਕਿਤੇ ਰਾਮ ਜੇਠਮਲਾਨੀ ਕੇਸ ਨਹੀਂ ਹਾਰਿਆ, ਤੁਸੀਂ ਕੇਸ ਕਰਿਓ, ਤੁਸੀਂ ਮੇਰੇ ਵਕੀਲ ਬਣਿਓ। ਸਿਮਰਜੀਤ ਸਿੰਘ ਮਾਨ ਇਹ ਨਹੀਂ ਮੈਂ ਕਹਿੰਦਾ ਕਿ ਡਰੇ, ਉਹਨਾਂ ਨੇ ਕਿਹਾ ਹਾਂ ਮੈਂ ਕੇਸ ਪਾਊਂਗਾ ਪਰ ਤੁਸੀਂ ਮੇਰੇ ਵਕੀਲ ਬਣੋ। ਅਸੀਂ ਉਸ ਤੋਂ ਬਾਅਦ ਦੇ ਵਿੱਚ
ਆ ਗਏ ਆ, ਆਉਂਦੇ ਨੇ ਰਾਹ 'ਚ ਅਸੀਂ ਕਿਹਾ ਵੀ ਮਾਨ ਸਾਹਿਬ ਇਸ ਗੱਲ ਤੇ ਤਾਂ ਚਲੋ ਰਾਜੀ ਹੈਗੇ ਕਿ ਕੇਸ ਮੈਂ ਆਪਟੀਸ਼ਨ ਬਣਨ ਨੂੰ ਤਿਆਰ ਹਾਂ ਜਿਵੇਂ ਵੀ ਆ, ਬਾਕੀ ਇਸ ਗੱਲ ਤੇ ਰਾਜੀ ਨਹੀਂ ਹੈਗੀ ਕਿ ਆਪਾਂ ਨੂੰ ਵਕੀਲ ਲਿਆਂਦਾ ਜਾਵੇ। ਅਸੀਂ ਰਾਸਤੇ 'ਚ ਆ ਰਹੇ ਤੇ ਮੈਂ ਸਿਮਰਜੀਤ ਸਿੰਘ ਨੂੰ ਕਿਹਾ ਵੀ ਹੁਣ ਕੀ ਹੋਏਗਾ ਵੀ ਇਹ ਤਾਂ ਉਹ ਕਹਿੰਦਾ ਜੀ ਕਿ ਮੈਂ ਪਟੀਸ਼ਨਰ ਬਣੂੰਗਾ ਵੀ ਮੈਂ ਬਣ ਸਕਦਾ। ਤੇ ਮੈਂ ਕਿਹਾ ਵੀ ਆਪਾਂ ਕੀ ਕਰ, ਉਹਨਾਂ ਦੌਰਾਨ ਇੱਕ ਵੌਇਸਿਸ ਫਾਰ ਫਰੀडम ਜਥੇਬੰਦੀ ਹੈ ਜੀ, ਉਹਨਾਂ ਦਾ ਇੰਡੀਆ ਦੇ ਵਿੱਚ ਵੀ ਇੱਕ ਵਿੰਗ ਸੀ ਔਰ US ਦੇ ਵਿੱਚ ਵੀ ਸੀਗੀ। ਉਹਨਾਂ ਦੀ ਇੱਕ ਸਿਸਟਮ ਕੰਸਰਨ ਹੈ, ਮੋਸਟਲੀ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਯੂਨਾਈਟਿਡ ਸਟੇਟਸ ਹੈਗਾ, ਹਾਲਾਂਕਿ ਯੂਨਾਈਟਿਡ ਸਟੇਟਸ ਇਸ ਚੀਜ਼ 'ਚ ਕੋਈ ਰੋਲ ਨਹੀਂ, ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਹੀਂ ਪਤਾ ਕਿ ਅਸੀਂ ਕੀ ਕੀਤਾ ਕੀ ਨਹੀਂ। ਓਨੈਸਟਲੀ ਮੈਂ ਦੱਸਣਾ ਦੇਣਾ ਚਾਹਾਂਗਾ ਅਸੀਂ ਕੀ ਕੀਤਾ ਕਿ ਉਹਨਾਂ ਨੇ ਮੈਨੂੰ ਉਹਨਾਂ ਵੇਲਿਆਂ 'ਚ ਆਪਦਾ ਕਾਉਂਸਲ ਬਣਾਇਆ ਹੋਇਆ ਸੀ ਕਿ ਉਹ ਕਹਿੰਦੇ ਅਸੀਂ ਹਿਊਮਨ ਰਾਈਟਸ ਇੰਡੀਆ 'ਚ ਕੰਮ ਕਰਨਾ ਚਾਹੁੰਦੇ ਹਾਂ। ਮਤਲਬ ਉਹਨਾਂ ਦੇ ਕੇਸਾਂ ਦੀ ਪੈਰਵੀ ਜਿਹੜੀ ਹੈ ਹਿਊਮਨ ਰਾਈਟਸ ਦੇ, ਕਿਉਂਕਿ ਜਿਹੜੇ ਮੋਸਟਲੀ ਹੋਏ ਸੀ। ਤੇ ਮੈਂ ਉਹਨਾਂ ਨੂੰ, ਮੇਰੇ ਕੋਲ ਪਾਵਰ ਸੀਗੀ ਅਪੁਆਇੰਟ ਕਰਨ ਦੀ। ਮੈਂ ਕਿਹਾ ਵੀ ਹਾਂ ਹੋ ਸਕਦਾ ਹੈਗਾ, ਅਪੁਆਇੰਟ ਤਾਂ ਮੈਂ ਹੀ ਕਰਨਾ ਹੈਗਾ। ਤੇ ਮੈਂ ਸਪੈਸ਼ਲ ਪਾਵਰਸ ਲਈਆਂ ਸੀ ਵੀ ਡਾਇਰੈਕਟਰ ਵੀ ਮੈਂ ਅਪੁਆਇੰਟ ਕਰ ਸਕਦਾ ਸੀ। ਤੇ ਮੈਂ ਕਿਹਾ ਵੀ ਆਪਾਂ ਇਹ ਕਰਦੇ ਹਾਂ ਸਿਮਰਨਜੀਤ ਸਿੰਘ ਵੀ ਮੈਂ ਵੀ ਸਿਮਰਨਜੀਤ ਤੁਹਾਨੂੰ ਮੈਂ ਡਾਇਰੈਕਟਰ ਅਪੁਆਇੰਟ ਕਰੂੰਗਾ ਤੇ ਆਪਾਂ ਤੁਸੀਂ ਪਟੀਸ਼ਨਰ ਮੈਂ ਤਾਂ ਆਪਾਂ ਵੀ ਜਥੇਬੰਦੀ ਵੱਲੋਂ ਆਪਾਂ ਕੰਮ ਕਰ ਲੈਣੇ। ਜਿਹੜੇ ਤੁਹਾਡੇ ਸਾਥੀ ਸੀ ਐਡਵੋਕੇਟ ਸਿਮਰਨਜੀਤ ਸਿੰਘ ਜਿਹਨੇ ਤੁਸੀਂ ਗੱਲ, ਉਹ ਕਹਿੰਦੇ ਠੀਕ ਹੈ ਕਿ ਆਪਾਂ ਕਰਾਂਗੇ। ਉਹ ਤਾਂ ਉਹਨਾਂ ਨੇ ਆਪ ਹੀ ਕਹਿਤਾ ਸੀ ਮੇਰੇ ਬਿਨਾਂ ਕਹੇ ਕਿ ਮੈਂ ਪਟੀਸ਼ਨਰ ਬਣੂੰਗਾ। ਅਸੀਂ ਉਹਨਾਂ ਨੇ ਪਟੀਸ਼ਨ, ਅਸੀਂ ਦਿੱਲੀ ਗਏ, ਦਿੱਲੀ ਜਾ ਕੇ ਜਦੋਂ ਸਾਡੀ ਗੱਲਬਾਤ ਹੁੰਦੀ ਹੈਗੀ ਔਰ ਉਹਨਾਂ ਨੇ ਉਹ ਬੜੇ ਖੁਸ਼ ਔਰ ਸਾਡਾ ਵੀ ਹੌਸਲਾ ਵਧਿਆ ਉੱਥੇ ਜਾ ਕੇ। ਉਸ ਤੋਂ ਬਾਅਦ ਅਸੀਂ ਜਾ ਕੇ 2 ਅਪ੍ਰੈਲ ਨੂੰ, ਕਿੰਨੇ ਦਿਨਾਂ ਦਾ ਵਕਫਾ ਹੋਏਗਾ, 18-19 ਦਿਨਾਂ ਦਾ ਵਕਫਾ ਹੈਗਾ, ਅਸੀਂ ਹਾਈ ਕੋਰਟ ਦੇ ਵਿੱਚ ਆ ਕੇ ਕੇਸ, ਮੈਂ ਪਟੀਸ਼ਨ ਲੈ ਕੇ ਗਿਆ ਤਿਆਰ ਕਰਕੇ। ਪਟੀਸ਼ਨ ਇਟ ਵਾਸ ਅ ਸੀਕ੍ਰੇਟ ਆਪਰੇਸ਼ਨ, ਕਿਸੇ ਨੂੰ ਨਹੀਂ ਪਤਾ ਸੀ, ਵੌਇਸ ਆਫ ਫਰੀडम ਨੂੰ ਵੀ ਨਹੀਂ ਪਤਾ ਸੀ ਅਸੀਂ ਕੀ ਕੰਮ ਕਰ ਰਹੇ ਹਾਂ। 2 ਅਪ੍ਰੈਲ ਸਨ 2012 ਦੀ ਗੱਲ ਹੀ 12 ਕਿਸੇ ਨੂੰ ਨਹੀਂ ਪਤਾ ਸੀ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ। ਉੱਥੇ ਮੈਂ ਰਜਿਸਟਰੀ ਦੇ ਵਿੱਚ ਪਹੁੰਚਦਾ ਜਿੱਥੇ ਸਾਡੀ ਹੁੰਦੀ ਹੈ, ਤੇ ਮੈਂ ਕੇਸ ਪਾਸ ਕਰਾ ਕੇ ਤੇ ਮੈਂ, ਸਾਡਾ ਰਿਟ ਬ੍ਰਾਂਚ ਦਾ ਟੇਬਲ ਹੈ, ਮੈਂ ਟੇਬਲ ਤੇ ਪਹੁੰਚ ਜਾਣਾ। ਤਾਂ ਮੈਨੂੰ ਇਹ ਸੀ ਕਿ ਅੱਜ KN ਬਾਲਗੋਪਾਲ ਸ਼ਾਮ ਨੂੰ ਪਹੁੰਚ ਜਾਣਗੇ, ਕੱਲ੍ਹ ਨੂੰ ਕੇਸ ਹੈ, ਕਿਉਂਕਿ ਉਹਨਾਂ ਦੀਆਂ ਡੇਟਸ ਹੁੰਦੀਆਂ ਨੇ। ਐਡਵੋਕੇਟ ਜਨਰਲ ਨਾਗਾਲੈਂਡ ਦੀਆਂ ਹਰ ਆਦੀਆਂ ਉਹਨਾਂ ਨੇ ਜ਼ਿਆਦਾ ਟਾਈਮ ਕੱਢਿਆ ਸੀ ਤੇ ਮੈਂ ਥੋੜਾ ਘਬਰਾਇਆ ਹੋਇਆ ਸੀ। ਤੇ ਮੈਂ ਉੱਥੇ ਉਹਨਾਂ ਨੂੰ ਇਹ ਗੱਲ ਕਹੀ ਕਿ ਜੀ ਤੁਸੀਂ ਇਹਨੂੰ ਕੇਸ ਨੂੰ ਪਾਸ ਕਰੋ। ਉਹ ਕਹਿੰਦੇ ਹੋ ਜਾਓ। ਮੈਂ ਜਦੋਂ ਥੋੜਾ ਇਨਸਿਸਟ ਕੀਤਾ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਮੀਮੋ ਪਾਰਟਿਸ ਹੁੰਦੀ ਜਿਹਦੇ ਵਿੱਚ ਕੀ ਨਾਮ ਲਿਖੇ ਹੁੰਦੇ ਆ ਵੀ ਕੌਣ ਕੇਸ ਪਾ ਰਿਹਾ, ਕਿਹਦੇ ਖਿਲਾਫ ਹੈ। ਹੁਣ ਉੱਥੇ ਚੌਥੇ 5ਵੇਂ ਨੰਬਰ ਸੁਮੇਧ ਸਿੰਘ ਸੈਣੀ ਦਾ ਨਾਮ ਵੀ ਹੋਣਾ ਹੀ ਸੀ। ਤੇ ਉਹਨਾਂ ਨੇ ਉਹਨਾਂ ਮੀਮੋ ਪਾਰਟਿਸ, ਉਹਨਾਂ ਨੇ ਉਹ ਪਲਟੀ ਮਾਰ ਕੇ ਦੇਖਿਆ ਕਿ ਉਹਨਾਂ ਨੇ ਇਹ ਦੇਖਣਾ ਉਹਨੇ ਵੀ ਵਜ੍ਹਾ ਕੀ ਇਹ ਡਾਕ ਕੇ ਕਰ। ਉਹਨਾਂ ਨੇ ਦੇਖਿਆ, ਮੇਰੇ ਵੱਲ ਵੇਖ ਕੇ ਹੱਸੇ ਤੇ ਮੈਂ ਕਿਹਾ ਵੀ ਸ਼ਾਇਦ ਨੋਰਮਲ ਹੈ, ਹੋ ਜਾਊਗਾ ਜੀ ਕੇਸ ਪਾਸ। ਤੇ ਮੈਂ ਵੀ ਬੜਾ ਖੁਸ਼, ਚਲੋ ਕੇਸ ਪਾਸ ਹੋ ਗਿਆ। ਸ਼ਾਮ ਨੂੰ ਵੀ ਚਲੋ ਵੀ ਕੇਸ ਪਾਸ ਹੋ ਗਿਆ। ਕਿਉਂਕਿ ਮੈਨੂੰ ਨਾ ਉਸ ਵੇਲੇ ਤੁਸੀਂ ਕਹੋਗੇ ਵੀ ਇਹ ਸੀਕ੍ਰੇਟ ਆਪਰੇਸ਼ਨ ਕਿਉਂ ਹੋਏਗਾ। ਸੁਖਿੰਦਰ ਜੀ ਗੱਲ ਇਹ ਹੈਗਾ ਕਿ ਵੀ ਤੁਹਾਨੂੰ ਨਾ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਸ ਬੰਦੇ ਦੇ ਖਿਲਾਫ ਤੁਸੀਂ ਜਾ ਰਹੇ ਹੋ ਉਹਦੀ ਅਪਰੋਚ ਕਿੱਥੇ ਹੈ। ਬਿਲਕੁਲ। ਸਾਨੂੰ ਇਹ ਪਤਾ ਸੀ ਕਿ ਇਹ ਜੇ ਜੱਜਾਂ ਦੇ ਫੋਨ ਟੈਪ ਕਰ ਸਕਦਾ, ਜੱਜਾਂ ਨੂੰ ਡਰਾ ਸਕਦਾ, ਜੱਜਾਂ ਨੂੰ ਇੱਥੇ ਤੱਕ ਹੋ ਸਕਦਾ, ਇਟ ਸ਼ੁੱਡ ਬੀ ਅ ਸੀਕ੍ਰੇਟ ਆਪਰੇਸ਼ਨ। ਅਸੀਂ ਉਹ ਜਿਸ ਵਕਤ ਸਵੇਰੇ ਉੱਠਦੇ ਹਾਂ ਤੇ ਮੈਂ ਸਵੇਰੇ ਮੈਨੂੰ ਫੋਨ ਆਉਂਦਾ ਮੇਰੇ ਦੋਸਤ ਦਾ ਕਿ ਆਪਣੇ ਤਾਂ ਹੈਡਲਾਈਨਸ ਬਣ ਗਿਆ ਕੇਸ, ਸੀਕ੍ਰੇਟ ਰਿਹਾ ਹੀ ਨਹੀਂ। ਫਿਰ ਮੈਨੂੰ ਸਮਝ ਆਈ ਕਿ ਵੀ ਜਿਹੜੀ ਇੰਟੈਲੀਜੈਂਸ ਹੈਗੀ, ਉੱਥੋਂ ਮੈਂ ਇੰਟੈਲੀਜੈਂਸ ਬਾਰੇ ਜ਼ਿਆਦਾ ਸਮਝਣਾ ਸ਼ੁਰੂ ਕੀਤਾ ਵੀ ਇੰਟੈਲੀਜੈਂਸ ਚੱਲਦੀ ਕਿਵੇਂ ਹੈਗੀ। ਸਾਡਾ ਟੇਬਲ ਵੀ ਹੈਗਾ, ਟੇਬਲ 'ਤੇ ਵੀ ਇੰਟੈਲੀਜੈਂਸ। ਬਿਲਕੁਲ। ਉਹ ਅਸੀਂ ਹਾਈ ਕੋਰਟ, ਅਸੀਂ ਮਿਸਟਰ KN ਬਾਲਗੋਪਾਲ ਨੂੰ ਅਸੀਂ ਲੈਂਦੇ ਹਾਂ ਔਰ ਅਸੀਂ ਹਾਈ ਕੋਰਟ ਪਹੁੰਚਦੇ ਤੇ ਗਾਂ ਸਾਡੇ ਐਡਵੋਕੇਟ ਜਨਰਲ ਸਾਹਿਬ ਔਰ 3 ਜਾਂ 4 ਐਡੀਸ਼ਨਲ ਐਡਵੋਕੇਟ ਜਨਰਲ ਉਸ ਵੇਲੇ ਦੇ, ਉਹ 1 ਨੰਬਰ ਕੋਰਟ ਚੀਫ ਜਸਟਿਸ ਦਾ ਕੇਸ ਲੱਗਣਾ ਸੀ। ਜਸਟਿਸ ਗਗੋਈ ਚੀਫ ਜਸਟਿਸ ਉਸ ਬੈਂਚ ਨੂੰ ਹੈਡ ਕਰ ਰਹੇ ਸੀ, ਜਿਹੜੇ ਸੁਪਰੀਮ ਕੋਰਟ ਤੋਂ ਰਿਟਾਇਰ ਹੋ ਗਏ। ਹਾਂਜੀ ਬਿਲਕੁਲ ਇਹ ਸੀ ਜੀ। ਅਸੀਂ ਉਹਨਾਂ ਦੇ ਜਾਂਦੇ ਹਾਂ, ਜੋ ਕੋਰਟ ਅਸੀਂ ਬਾਹਰ ਦੇਖਿਆ ਤਾਂ ਉਹ ਵੀ ਸਾਰੇ ਬੜੀ ਅਫਰਾ ਤਫਰੀ ਮੱਚੀ ਹੋਈ ਸੀ ਕਿ ਵੀ ਇਹ ਹੋ ਕੀ ਗਿਆ, ਕਿਉਂਕਿ ਗਵਰਨਮੈਂਟ ਆਫ ਪੰਜਾਬ ਹਿੱਲ ਗਈ। ਇਹ ਰਾਤੇ ਹਿੱਲਣਾ ਹੀ ਸੀ। DGP ਦਿਨਕਰ ਗੁਪਤਾ ਨੂੰ, ਉਹਨੂੰ ਮਾਫ ਕਰਨਾ, ਸੁਮੇਧ ਸੈਣੀ ਨੂੰ ਲਾਉਣਾ, ਉਹ ਵੀ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਨੂੰ, ਤੇ ਤੁਸੀਂ ਚੁਣੌਤੀ ਦੇਤੀ ਉੱਤੋਂ। ਉਹ ਕਹਿੰਦੇ ਵੀ ਇਹ ਨਵੇਂ ਮੁੰਡੇ ਹੈ ਕੌਣ, ਇਹ ਕੀ ਚੀਜ਼ ਨੇ। ਉੱਥੇ ਇੱਕ ਸੁਮੇਧ ਸਿੰਘ ਸੈਣੀ ਦੀ ਟੀਮ ਵੀ ਹੈ ਹਾਈ ਕੋਰਟ 'ਚ, ਉਹ ਬੜੀ ਮਤਲਬ ਕਿ ਪੋਲਿਸ਼ਡ ਗੱਲਾਂ ਨੇ, ਬੜੀਆਂ ਇਥਿਕਸ ਦੀਆਂ ਗੱਲਾਂ ਨੇ, ਪਰ ਉਹ ਇਹਨਾਂ ਦਾ ਬੜਾ ਜ਼ਿਆਦਾ ਮਤਲਬ ਜੋ ਇਹ ਕਰਦੇ ਨੇ ਬਸ ਠੀਕ, ਨੌਲੇਜ ਬੜੀ ਹੈਗੀ ਇਸ ਦੇ, ਕੋਈ ਨੌਲੇਜ ਉਹਨਾਂ ਨੂੰ ਸਾਰਿਆਂ ਨੂੰ।
ਉਹ ਅਸੀਂ ਕੇਸ ਜਾਂਦੇ ਹਾਂ, ਕੇਸ ਪਾ ਦਿੰਦੇ ਆਂਗੇ। ਜਦੋਂ ਅਸੀਂ ਕੀ ਕਰਦੇ ਆ ਕਿ ਜੀ ਜਿਸ ਵਕਤ ਅਸੀਂ ਖੜੇ ਹੁੰਦੇ ਹਾਂ ਕੇਸ ਦੇ ਲਈ, ਮਿਸਟਰ KN ਬਾਲਗੋਪਾਲ ਆਰਗੂਮੈਂਟ ਤੇ ਤਿਆਰ ਹੋ ਕੇ ਜਦੋਂ ਹੀ ਸਟਾਰਟਸ ਟੂ ਆਰਗੂ ਕੇਸ ਆਰਗੂ ਕਰਨ ਲੱਗਦੇ ਹੈਗੇ, ਤਾਂ ਇੱਕ ਵਕੀਲ ਸਾਹਿਬ ਆਉਂਦੇ ਆ, ਇੱਕ ਉਸ ਵੇਲੇ ਦੇ ਐਡੀਸ਼ਨਲ ਐਡਵੋਕੇਟ ਜਨਰਲ ਗਵਰਨਮੈਂਟ ਆਫ ਪੰਜਾਬ ਦੇ AG ਆਫਿਸ ਚੋਂ, ਜਿਹੜੇ ਇਹਨਾਂ ਸੈਣੀ ਸਾਹਿਬ ਵੱਲੋਂ ਪ੍ਰਾਈਵੇਟਲੀ ਅਪੀਅਰ ਹੁੰਦੇ ਹੈਗੇ। ਉਹ ਕਹਿੰਦੇ ਜੀ ਮੈਂ ਬੋਲਣਾ ਚਾਹੁੰਦਾ ਕੁਛ। ਤਾਂ ਉਹ ਚੀਫ ਜਸਟਿਸ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਬੋਲ ਲੈਣ ਦਿਓ। ਉਹ ਨਹੀਂ ਸੀ ਹਟ ਰਿਹਾ ਸੀ ਵਾਰੀ ਤਾਂ ਚੀਫ ਜਸਟਿਸ ਨੇ ਇੱਕ ਗੱਲ ਕਹੀ ਕਿ ਅਸੀਂ ਜੇ 1000 ਵਾਰ ਐਡਵੋਕੇਟ ਜਨਰਲ ਆਫਿਸ ਵਾਲਿਆਂ ਨੂੰ ਬੁਲਾਉਣੇ ਆ ਤਾਂ ਸਰਕਾਰੀ ਵਕੀਲ ਇੱਥੇ ਪੇਸ਼ ਨਹੀਂ ਹੁੰਦੇ। ਅੱਜ ਇਹਦੇ 'ਚ ਨੋਟਿਸ ਆਫ ਮੋਸ਼ਨ ਤੱਕ ਨਹੀਂ ਹੋਇਆ, ਸੁਣਾਈ ਤੱਕ ਨਹੀਂ ਸ਼ੁਰੂ ਹੋਈ, ਤੇ ਤੁਸੀਂ ਇਹ 'ਚ ਪੇਸ਼ ਹੋ ਰਹੇ ਹੋ। ਇਹਦਾ ਮਤਲਬ ਇਸ ਕੇਸ 'ਚ ਕੋਈ ਨਾ ਕੋਈ ਤਾਂ ਗੱਲ ਹੈ ਨਾ। ਇਸੇ ਕਰਕੇ ਤੁਸੀਂ ਹੈ ਨਾ, ਉਹ ਦੇਖ ਲੈਂਦੇ ਆ ਕਿ ਸਾਰੇ ਫੌਜ ਬੈਠੀ ਹੋਈ ਹੈਗੀ, ਇਹ ਕੋਈ ਗੱਲ ਹੈ ਇਹਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਸਾਡੇ ਤੇ ਇਲਜ਼ਾਮ ਲਾਇਆ, ਜਿਹੜੇ ਲਈ ਸਾਨੂੰ ਬੜਾ ਸ਼ੌਕਿੰਗ ਸੀਗਾ। ਮਤਲਬ ਕਿ ਸਾਡੀ ਜਿਹੜੀ ਬੰਦੇ ਨੂੰ ਹੁੰਦਾ ਨਾ ਕਿ ਬੰਦੇ ਨੂੰ ਦਾਗਦਾਰ ਕੀਤਾ, ਸਾਨੂੰ ਦਾਗਦਾਰ ਵੀ ਅਸੀਂ ਉਸ ਚੀਜ਼ ਨਾਲ ਹੋਏ। ਉਹ ਕਹਿੰਦੇ ਕਿ ਜਿਹੜੀ ਇਹ NGO ਹੈ ਜੀ ਵੌਇਸ ਫॉर ਫਰੀडम, ਇਹ ਟੈਰਰਿਜ਼ਮ ਜਿਹੜੇ ਟੈਰਰਿਸਟ ਆਊਟਫਿਟ ਉਹਨਾਂ ਦਾ ਮਾਊਥ ਪੀਸ ਹੈ। ਉਹ ਚੀਫ ਜਸਟਿਸ ਨੂੰ ਕਹਿੰਦੇ ਇਹਨਾਂ ਦੇ ਕ੍ਰੈਡੈਂਸ਼ੀਅਲ ਪੁੱਛੋ। ਉਹ ਕਹਿੰਦੇ ਜੀ ਠੀਕ ਹੈ ਪੁੱਛਦੇ ਹਾਂ, ਪਰ ਨੋਟਿਸ ਆਫ ਮੋਸ਼ਨ ਜ਼ਰੂਰ ਹੋਵੇ ਇਹਦੇ ਵਿੱਚ ਕੇਸ 'ਚ, ਕਿਉਂਕਿ ਇਸ ਕੇਸ ਦਮ ਹੈ। ਜਸਟਿਸ ਗੋਈ ਕਹਿੰਦੇ ਇਹ 'ਚ ਦਮ ਹੈ ਇਸ ਕੇਸ 'ਚ। ਇਹਦੇ ਵਿੱਚ ਮੈਂ ਨੋਟਿਸ ਆਫ ਮੋਸ਼ਨ ਕਰ ਰਿਹਾ, ਕ੍ਰੈਡੈਂਸ਼ੀਅਲ ਪੁੱਛ ਲੈਣਾ। ਕ੍ਰੈਡੈਂਸ਼ੀਅਲ ਸਾਡੇ ਕੋਲ ਸੀ ਹੈ ਜੀ, ਬਹੁਤ ਕੰਮ ਸੀ ਹੈ। ਸਮਝ ਜੀ ਦੇ ਵੈਸੇ ਅਸੀਂ ਸਟੂਡੈਂਟ ਲਾਈਫ ਤੋਂ ਬਹੁਤ ਕੰਮ ਕੀਤੇ ਹੋਏ ਸੀ। ਅਸੀਂ ਨੈਕਸਟ ਡੇਟ ਦੇ ਕ੍ਰੈਡੈਂਸ਼ੀਅਲ ਦਿਖਾਤੇ, ਤੇ ਉਸ ਤੋਂ ਬਾਅਦ ਇਹ ਚੱਲ ਹੈਗਾ। ਉੱਥੋਂ ਸਾਡੇ ਇਸ ਕੇਸ ਦੀ ਸ਼ੁਰੂਆਤ ਹੁੰਦੀ ਹੈ ਜੀ। ਨਿਯੁਕਤੀ ਨੂੰ ਚੁਣੌਤੀ ਦੇਣ ਦੀ। ਨਿਯੁਕਤੀ ਨੂੰ ਤੁਹਾਨੂੰ ਇਹਦੇ ਸਮੇਂ ਦੌਰਾਨ ਕੋਈ ਧਮਕੀਆਂ ਵਗੈਰਾ ਨਹੀਂ ਮਿਲੀਆਂ? ਤੁਹਾਨੂੰ ਕੋਈ ਡਰਾਵਾ ਦਿੱਤਾ ਗਿਆ ਹੋਵੇ? ਕਿਉਂਕਿ ਤੁਸੀਂ ਉਸ ਉਮਰ ਦੇ ਵਿੱਚ ਜਿਹੜਾ ਉਸ ਸਮੇਂ ਦੇ ਵਿੱਚ ਸਰਕਾਰ ਨੂੰ ਚੁਣੌਤੀ ਦੇਣਾ ਸਿੱਧਾ। ਦੇਖੋ ਗੱਲ ਇਹ ਇਸ ਤਰ੍ਹਾਂ ਹੈ ਜੀ ਕਿ ਜਦੋਂ ਤੁਹਾਡੇ ਬਾਰੇ ਕਿਤੇ ਵੀ ਉਹ ਬੰਦਾ ਅਗਲਾ ਸਟੈਪ ਚੱਕਦਾ ਹੈਗਾ, ਤਾਂ ਉਹਨਾਂ ਨੂੰ ਪਤਾ ਹੁੰਦਾ ਹੈਗਾ ਕਿ ਇਹ ਧਮਕੀ ਦੇ ਕੇ ਡਰਨ ਵਾਲੇ ਹੈਗੇ ਕਿ ਨਹੀਂ ਹੁੰਦੇ। ਹਾਈ ਕੋਰਟ ਦੇ ਵਿੱਚ ਜਿੱਥੇ ਤੁਸੀਂ ਲੋਕਾਂ 'ਚ ਵਿਚਰਦੇ ਹੋ, ਤੁਹਾਡੇ ਬਾਰੇ ਪਤਾ ਹੁੰਦਾ ਹੈਗਾ। ਹਰ ਤੁਹਾਡੇ ਵਕੀਲ ਹੀ ਦੱਸ ਦਿੰਦੇ ਆ ਕਿ ਇਹ ਬੰਦਿਆਂ ਦਾ ਸੁਭਾਅ ਕਿਹੋ ਹੈ, ਮੰਨਣਗੇ ਜਾਂ ਨਹੀਂ ਮੰਨਣਗੇ, ਡਰਨਗੇ ਜਾਂ ਨਹੀਂ ਡਰਨਗੇ। ਤੇ ਇਸ ਕਰਕੇ ਮੈਂ ਜੇ ਕਹਾਂ ਮੈਨੂੰ ਕੋਈ ਧਮਕੀ ਨਹੀਂ ਦਿੱਤੀ। ਸਿਮਰਨਜੀਤ ਸਿੰਘ ਦੇ ਜਿਹੜੇ ਪਾਰਟਨਰ ਸੀ, ਇਹ ਅੱਜ ਮੈਂ ਪਹਿਲੀ ਵਾਰੀ ਦੱਸਣਾ ਚਾਹੁੰਦਾ ਕਿ ਉਹ ਪ੍ਰਾਪਰਟੀ ਦਾ ਜਿਵੇਂ ਨਾਲ ਹਰ ਕੋਈ ਥੋੜ੍ਹਾ ਬਹੁਤ ਪਲਾਟ ਵਗੈਰਾ ਆਦਾ ਕੋਈ ਉਹਨਾਂ ਦਾ ਕੰਮ ਸੀ, ਉਹਨਾਂ ਦੇ ਪਾਰਟਨਰ ਉਹਨਾਂ ਨੂੰ ਛੱਡ ਕੇ ਜ਼ਰੂਰ ਭੱਜੇ। ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਲਾਸ ਕਾਫੀ ਜ਼ਿਆਦਾ ਹੋਇਆ। ਉਸ ਤੋਂ ਬਾਅਦ ਸਾਨੂੰ ਹੁਣ ਪਿੱਛੇ ਜੇ ਪਤਾ ਲੱਗਿਆ ਕਿ ਉਹ 'ਤੇ ਕੋਈ ਨਾ ਕੋਈ ਕੇਸ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਕਿ ਉਹ ਫਿਰ ਉਹਨੂੰ ਕਿਸੇ ਨੇ ਸਮਝਾਇਆ ਕਿ ਇਹ ਵਕੀਲ ਹੈ, ਇਹਨਾਂ ਨਾਲ ਪੰਗਾ ਨਾ ਲੈਣੀ, ਇਹਨਾਂ ਵਕੀਲਾਂ 'ਤੇ ਕਪਾ ਲਿਆ, ਇਹਨਾਂ ਪਿੱਛੇ ਵਕੀਲ ਜੋ ਵੀ ਹੈ, ਚਾਹੇ ਉਹ ਸੈਣੀ ਦੇ, ਉਹਨੂੰ ਸਾਡੇ ਹੱਕ 'ਚ ਹੀ ਅੱਗੇ ਖੜਨਾ ਪੈਣਾ ਸੀਗਾ। ਇੱਕ ਤਾਂ ਇਹ ਗੱਲ ਹੋ ਜਾਂਦੀ ਹੈਗੀ। ਬਾਕੀ ਗੱਲ ਇਹ ਹੁੰਦੀ ਹੈ ਕਿ ਭਾਜੀ ਵੀ ਜਿਹੜੇ ਇਹ ਕੇਸਿਸ ਹੁੰਦੇ ਆ ਨਾ ਜੀ, ਇਹ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਨੇ, ਜਿਹੜੀਆਂ ਇਸ ਲੈਵਲ ਦੇ ਬੰਦੇ ਹੁੰਦੇ ਆ, ਇਹਨਾਂ ਨੇ ਜੋ ਕੰਮ ਉਸ ਵੇਲੇ ਪੰਜਾਬ 'ਚ ਕੀਤਾ ਹੈਗਾ, ਇਹਨਾਂ ਨੂੰ ਬਚਾਉਣ ਦੀ ਖਾਤਰ ਸਟੇਟ ਇਹਨਾਂ ਦੀ ਪਿੱਠ 'ਤੇ ਆਉਂਦਾ ਹੈ। ਬਿਲਕੁਲ। ਸਟੇਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਦਾ ਉਹ ਸਟੇਟ ਹੈ, ਜਾਂ ਸ਼੍ਰੋਮਣੀ ਅਕਾਲੀ ਦਲ ਸਟੇਟ ਹੈ, ਜਾਂ BJP ਸਟੇਟ ਹੈ, ਜਾਂ ਆਮ ਆਦਮੀ ਸਟੇਟ ਹੈ, ਜਾਂ ਕਾਂਗਰਸ ਸਟੇਟ ਹੈ। ਸਟੇਟ ਦੀ ਜਿਵੇਂ ਅਮਰੀਕਾ ਦੀ FBI ਹੈ, ਇਜ਼ਰਾਈਲ ਦੀ ਮੁਸੈਦ ਹੈ, ਜਿਵੇਂ ਪਾਕਿਸਤਾਨ 'ਚ ਕੋਈ ਗੱਲ ਹੋ ਤਾਂ ਉੱਥੋਂ ਦੀ ISI ਆ ਜੂਗੀ, ਇੱਥੇ IB ਰੋ ਆ ਚੁੱਕੀ। ਮੈਂ ਤੁਹਾਨੂੰ ਜ਼ਿਕਰ ਕਰਦਾ ਇੱਕ ਕਿਤਾਬ ਦਾ, ਜਿਹਦੇ ਵਿੱਚ ਕੀ, ਕਿਉਂਕਿ ਉਹ ਇਹ ਸਾਰਾ ਪੰਜਾਬ ਦਾ ਜਿਹੜਾ ਦੁਖਾਂਤ ਹੈਗਾ, MK ਤਰ ਹੋਏ ਨੇ, ਜੁਆਇੰਟ ਡਾਇਰੈਕਟਰ ਇੰਟੈਲੀਜੈਂਸ ਬਿਊਰੋ IB, ਮੌਲੇ ਕ੍ਰਿਸ਼ਨਾ ਤਰ। ਉਹਨਾਂ ਦੀ ਬੁੱਕ ਹੈ ਓਪਨ ਸੀਕ੍ਰੇਟਸ, ਪੰਜਾਬੀ 'ਚ ਉਹਦਾ ਨਾਮ ਖੁੱਲ੍ਹੇ ਭੇਦ। ਉਹ ਤੁਸੀਂ ਵੀ ਪੜ੍ਹੋ, ਔਰ ਮੈਂ ਦਰਸ਼ਕਾਂ ਨੂੰ ਵੀ ਮੇਰੀ ਗੁਜ਼ਾਰਿਸ਼ ਹੈ ਵੀ ਉਹ ਸਾਰੇ ਪੜ੍ਹਨ, ਤਾਂ ਤੁਹਾਨੂੰ ਇਹ ਸਿਸਟਮ ਪਤਾ ਲੱਗੇ ਕਿ ਸਿਸਟਮ ਚੱਲਦਾ ਕਿਵੇਂ। ਨਕਸਲਵਾੜੀ ਪਿੰਡ ਤੋਂ ਸ਼ੁਰੂ ਹੁੰਦੇ ਆ ਉਹ ਦੱਸਦੇ ਆ ਕਿ ਮੇਰੀ ਲਾਈਫ 'ਚ ਮੈਂ ਅਸੀਂ ਕੀ ਇਹਨੂੰ ਕਿਵੇਂ ਕੰਮ ਕੀਤਾ ਹੈਗਾ। ਤਾਂ ਉਸ ਕਰਕੇ ਜਿਹੜਾ ਇਹ ਬੰਦਿਆਂ ਨੂੰ ਜਿਹੜਾ ਹੁੰਦਾ ਨਾ, ਇਕੱਲਾ ਇਹ ਨਹੀਂ ਹੁੰਦਾ ਕਿ ਇਹ ਹੁੰਦੀ ਹੈ, ਵਕੀਲਾਂ 'ਚ ਤਾਂ ਲੌਬੀ ਹੁੰਦੀ ਹੈ, ਈਵਨ ਇਹਨਾਂ ਦੀ ਮੀਡੀਆ ਦੇ ਵਿੱਚ ਵੀ ਲੌਬੀ ਹੁੰਦੀ ਹੈ। ਬਿਲਕੁਲ। ਇੱਕ ਧੜਾ ਬਣ ਜਾਂਦਾ, ਜਿਹੜੇ ਜਿਵੇਂ ਕਹਿੰਦੇ ਨੇ ਅੱਜ ਕੱਲ੍ਹ, ਜਿਵੇਂ ਕਹਿੰਦੇ ਨੇ ਕਿ ਕੋਈ ਨਾ ਕੋਈ ਹੱਕ 'ਚ ਖਬਰਾਂ ਲਾ ਦਿੰਦਾ, ਕੋਈ ਨਾ ਕੋਈ ਬਚਾਅ ਕਰਨ ਦੇ ਵਿੱਚ ਆ ਜਾਂਦਾ। ਜਿਸ ਵਾਰ ਸਾਡੀ ਕੇਸ ਦੀ ਡੇਟ ਆਉਂਦੀ ਹੁੰਦੀ ਸੀ ਨਾ, 2 ਦਿਨ ਪਹਿਲਾਂ ਕੋਈ ਨਾ ਕੋਈ ਖਬਰ ਆਉਂਦੀ ਸੀ ਜੀ, ਇਹਨਾਂ ਨੇ ਇਹ ਕੰਮ ਕੀਤਾ ਉਹਨਾਂ ਵੇਲੇ 'ਚ। ਉਹਦੇ 'ਚ ਕੀ ਹੈ ਕਿ ਪਬਲਿਕ ਦੇ ਵਿੱਚ ਉਹਨਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼, ਆਪ ਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਨਾ ਨਾ। ਤਾਂ ਉਹ ਜਿਹੜਾ ਸਿਸਟਮ ਹੁੰਦਾ ਹੈਗਾ, ਇਹ ਕੋਈ ਆਮ ਨਹੀਂ ਲੜਾਈ ਲੜੀ ਜਾਂਦੀ ਹੁੰਦੀ।
ਉਸ ਤੋਂ ਬਾਅਦ ਕੀ ਸੀ ਕਿ ਰੀਜ਼ਨ ਕੀ ਸੀ, ਜੇ ਹੁਣ ਤੁਸੀਂ ਅੱਗੇ ਕਰੋਗੇ ਵੀ ਫਿਰ ਉਹ 6 ਡੀਜੀਪੀਆਂ ਨੇ ਕਿਉਂ ਨਹੀਂ ਕੀਤਾ? ਬਿਲਕੁਲ। ਉਹ ਤਾਂ ਬੋਲੇ ਨਹੀਂ ਨਾ, ਉਹ ਨਹੀਂ ਬੋਲੇ, ਉਹ ਤਾਂ ਅੱਜ ਤੱਕ ਨਹੀਂ ਬੋਲੇ ਕਿ ਸਾਨੂੰ ਕਿਉਂ ਲਾਇਆ, ਇਹਨੂੰ ਕਿਉਂ ਲਾਤਾ ਹੈਗਾ। ਮਤਲਬ ਦਹਿਸ਼ਤ ਹੀ ਇੰਨੀ ਸੀ, ਇੰਨੀ ਦਹਿਸ਼ਤ ਸੀਗੀ, ਬਹੁਤ ਜ਼ਿਆਦਾ ਦਹਿਸ਼ਤ ਸੀ। ਉਹ 6 ਦੇ 6 ਬੋਲੇ ਨਹੀਂ। ਪਰ ਮੈਨੂੰ ਇੱਕ ਈਮੇਲ ਆਉਂਦੀ ਹੈ ਜੀ, ਮੈਂ ਤੁਹਾਨੂੰ ਇਹ ਦੱਸਦਾ, ਤੁਹਾਨੂੰ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ। ਮੈਨੂੰ ਨਾ ਇੱਕ ਦਿਨ ਮੈਂ ਸਵੇਰੇ ਮੈਂ ਕਿਤੇ ਜਾਣਾ ਸੀ, ਤੇ ਮੈਂ ਸਵੇਰੇ ਹਿੰਦੁਸਤਾਨ ਟਾਈਮਸ ਨਿਊਜ਼ਪੇਪਰ ਪੜ੍ਹਦੇ, ਉਹਦੇ ਫਰੰਟ ਦੇ ਉੱਤੇ ਇੱਕ ਨਿਊਜ਼ ਆਈਟਮ ਲੱਗਦੀ ਹੈ ਕੇਸ ਦੇ ਦੌਰਾਨ ਹੀ, ਕਿ ਜੀ ਜਿਹੜੇ ਇਸ ਤੋਂ ਪਹਿਲਾਂ ਅਰੋੜਾ ਸਾਹਿਬ ਸੀ, DGP ਸੁਰੇਸ਼ ਅਰੋੜਾ ਜੀ, ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਲਵਾਈ ਹੈ, ਪਰ ਉਹ 'ਤੇ ਲੱਗੀ, ਇਹਨਾਂ ਨੇ ਇਹ ਕੰਮ ਕੀਤਾ, ਹੀ ਸ਼ੁੱਡ, ਇਹ ਪਰਸਨ ਆਫ ਰਿਪਿਊਟ ਆਫ ਸੁਰੇਸ਼ ਅਰੋੜਾ ਸ਼ੁੱਡ ਬੀ DGP। ਚਲੋ ਮੈਂ ਪੜ੍ਹੀ, ਮੈਂ ਸ਼ਾਮ ਨੂੰ ਨਾ ਮੈਂ ਆਪਦਾ ਜਿਸ ਵਕਤ ਮੈਂ ਦਾ ਲੈਪਟਾਪ ਖੋਲ੍ਹ ਦਾਂਗਾ ਤਾਂ ਵੌਇਸ ਆਫ ਫਰੀडम ਦੇ ਸਰਵਰ ਤੋਂ ਉਸੇ ਵਕਤ 'ਚ ਬਸ ਖਬਰ ਸਵੇਰੇ ਮੈਂ ਅਖਬਾਰ ਚੱਕੀ, ਉਹਨਾਂ ਸਮੇਂ ਦੇ ਵਿੱਚ ਹੀ ਮੈਨੂੰ ਵੀ ਇੱਕ ਈਮੇਲ, ਉਦੋਂ ਸਾਡੇ ਸਰਵਰ 'ਤੇ ਵੀ ਪੈ ਗਈ ਸੀਗੀ ਇਹ ਖਬਰ, HT 'ਚ ਲੱਗਦੀ ਹੈ, ਸਾਡੇ ਸਰਵਰ 'ਤੇ ਵੀ ਜਾਂਦੀ ਹੈ, ਅਤੇ ਸਾਡੇ ਤੱਕ ਵੀ ਉਹਦੀ ਈਮੇਲ ਫਲੈਸ਼ ਹੋ ਜਾਂਦੀ ਹੈਗੀ। ਉਹ ਤਾਂ ਚਲੋ ਸਾਡੇ ਸਰਵਰ ਨੇ ਦੇਣੀ ਸੀ, ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਸਿਸਟਮ ਹੈ, ਇੱਕ ਅਸੀਂ ਤਾਂ ਚਲੋ ਕਰ ਰਹੇ ਸੀ, ਇਹ ਚੈਲੰਜ ਕੀਤਾ ਸੀ, ਪਰ ਇਹ ਜੋ ਮੈਨੂੰ ਮਹਿਸੂਸ ਹੁੰਦਾ ਹੈਗਾ ਵੀ ਇਹ DGPs ਵੀ ਜਿਹੜੇ ਸੀ, ਇਹ ਕਿਸੇ ਨਾਲ ਸੱਜਿਓਂ ਖੱਬਿਓਂ ਆਪਦਾ ਚਾਹੇ ਆਪਦਾ ਇੰਟਰਸਟ ਲੱਗੇ ਹੋਣ, ਉਹ ਦੇ ਵਰ ਓਵਰ ਦੇਅਰ, ਕਿਸੇ ਨਾ ਕਿਸੇ ਪਾਸਿਓ ਇਹ ਚਾਹੁੰਦੇ ਸੀਗੇ ਕਿ ਯਾਰ ਇਹ ਹਾਂ ਠੀਕ ਹੈ ਕਰੀ ਜਾਂਦੇ ਆ। ਤੁਸੀਂ ਮੈਨੂੰ ਪੁੱਛੀਏ ਗੱਲ, ਤੁਹਾਨੂੰ ਕਿਸੇ ਧਮਕੀ, ਅਸੀਂ ਇਸੇ ਕਰਕੇ ਸਾਡਾ ਬਚਾਅ ਹੋਇਆ, ਕਿਉਂਕਿ ਉਹਨੂੰ ਇਹ ਸੀ ਕਿ ਇਹਨਾਂ ਨੂੰ, ਇਹ ਤਾਂ ਮੁੰਡੇ ਹੈਗੇ, ਇਹਨਾਂ ਨੂੰ ਤਾਂ ਮੈਂ ਕੁਛ ਕਹਿਤਾ ਤਾਂ 6 ਜਾਣੇ ਹੈ, ਬਿਲਕੁਲ ਓਪੋਜੀਸ਼ਨ ਵੀ, ਕਿਉਂਕਿ ਮੌਕਾ ਚਾਹੀਦਾ ਹੁੰਦਾ, ਕਿਉਂਕਿ ਪਹਿਲਾਂ ਹੀ ਇੰਨਾ ਕੁਛ ਹੋ ਜਾਂਦਾ ਹੈ ਜੀ ਤੁਹਾਡੀ ਲਾਈਫ ਦੇ ਵਿੱਚ ਆ ਕੇ, ਤੁਸੀਂ ਇੱਕ ਏਜ ਹੁੰਦੀ ਹੈ ਤੁਹਾਡੀ, ਤੁਸੀਂ ਉਸ ਏਜ ਦੇ ਵਿੱਚ ਤਾਂ ਸਰ ਕੁਛ ਕਰੀ ਜਾਂਦੇ ਹੋ, ਪਰ ਇੱਕ ਉਸ ਵਕਤ ਜੋ ਤੁਸੀਂ DGP ਬਣ ਜਾਂਦੇ ਹੋ, ਉਹ ਤੁਹਾਡੀ ਇੱਕ ਲਾਈਫ ਹੁੰਦੀ ਹੈ, ਜਦੋਂ ਤੁਹਾਡੀ ਰਿਟਾਇਰਮੈਂਟ ਏਜ ਦੇ ਵੱਲ ਤੁਸੀਂ ਲਾਈਫ ਤੋਂ ਰਿਟਰੀਵ ਕਰਨ ਲੱਗ ਜਾਂਦੇ ਹੋ ਕਿ ਨਹੀਂ ਅਸੀਂ ਪਿੱਛੇ ਨੂੰ ਆਉਣਾ, ਉਦੋਂ ਤੁਹਾਡੇ 'ਚ ਉਹ ਜ਼ਰੂਰਤ ਨਹੀਂ ਹੁੰਦੀ, ਤੁਹਾਡੇ ਬੜੇ ਤੁਸੀਂ ਉਹ ਹੁੰਦੇ ਆ, ਤਾਂ ਹੋ ਸਕਦਾ ਸ਼ਾਇਦ ਉਸੇ ਕਰਕੇ ਸਾਨੂੰ ਉਹਦੇ ਵਿੱਚ ਇਹਦਾ ਸਾਡਾ ਬਚਾਅ ਹੋਇਆ ਹੈਗਾ ਜੀ। ਉਸ ਤੋਂ ਬਾਅਦ ਆਉਂਦੀ ਹੈ ਜੀ ਕੀ ਗੱਲ ਕਿ ਇਸ ਕੇਸ ਦਾ ਫੈਸਲਾ ਕੀ ਹੁੰਦਾ ਜੀ। ਬਿਲਕੁਲ ਉਹੀ ਸਵਾਲ ਮੈਂ ਤੁਹਾਨੂੰ ਪੁੱਛਣਾ ਸੀ ਕਿ ਸਾਰਾ ਕੁਝ ਹੋ ਗਿਆ, ਤੁਸੀਂ ਪਟੀਸ਼ਨ ਪਾ ਦਿੱਤੀ, ਸਭ ਕੁਝ ਹੋਇਆ, ਫਿਰ ਕੀ ਬਣਿਆ ਉਸ ਪਟੀਸ਼ਨ ਦਾ? ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਉਹ ਪਟੀਸ਼ਨ ਸੀ ਕੀ। ਉਹ ਪਟੀਸ਼ਨ ਦੇ ਵਿੱਚ ਇੱਕ ਤਾਂ ਇਹ ਸੀਗਾ ਜੀ ਕਿ ਇਹਨਾਂ ਨੇ ਦੇ ਉੱਤੇ ਦੋਸ਼ ਲੱਗਦਾ ਹੈਗਾ ਕਿ ਇਹਨਾਂ ਨੇ ਇੱਕ ਪਰਿਵਾਰ ਦੇ 3 ਜੀਅ ਮਾਰੇ ਆ, ਅਗਵਾ ਕਰਕੇ, ਅੱਜ ਤੱਕ ਲੱਭੇ ਨਹੀਂ, ਜਾਂ ਮਾਰੇ ਵੀ ਲੱਭੇ ਨਹੀਂ, ਅੱਜ ਤੱਕ ਮਿਲੇ ਨਹੀਂ, ਉਹ ਕਿਡਨੈਪਿੰਗ ਹੋਈ ਹੈ। ਹੁਣ ਮੋਸਟਲੀ ਲੋਕ ਕਹਿੰਦੇ ਨੇ ਜੀ ਸੈਣੀ ਕੇਸ, ਸੈਣੀ ਮੋਟਰਸ ਨਹੀਂ ਮਾਰੇ ਸੀ ਇਹਨਾਂ ਨੇ, ਉਹ ਤਾਂ ਇੱਕ ਇਹਨਾਂ ਦਾ ਪਰਿਵਾਰਕ ਕੇਸ ਸੀ। ਔਰ ਮੈਂ ਇਹ ਚਾਹੁੰਦਾ ਵੀ ਮੈਨੂੰ ਨਹੀਂ ਲੱਗਦਾ ਕਿ ਆਪਾਂ ਪਰਿਵਾਰਕ ਕਿਸੇ ਦਾ ਕੋਈ ਵੀ ਪੱਖ ਹੋਵੇ, ਆਪਾਂ ਚਾਹੇ ਸੁਮੇਧ ਸਿੰਘ ਸੈਣੀ, ਚਾਹੇ ਜੋ ਵੀ, ਆਪਾਂ ਪਰਿਵਾਰਕ ਤੌਰ 'ਤੇ ਮੈਂ ਬੋਲਣਾ ਨਹੀਂ ਚਾਹੁੰਦਾ। ਉਸ ਦੇ ਵਿੱਚ ਸੈਣੀ ਮੋਟਰਸ ਜੀ, ਉਸ ਵਿੱਚ ਹੁਣ ਅੱਜ ਕੱਲ੍ਹ ਦਾ ਮਾਰੂਤੀ, ਹੁਣ ਤਾਂ ਬਹੁਤ ਗੱਡੀਆਂ, ਉਸ ਵੇਲੇ ਲੁਧਿਆਣੇ ਇਹ ਏਜੰਸੀ ਹੁੰਦੀ ਸੀ, ਬਹੁਤ ਵੱਡਾ ਇਹਨਾਂ ਦਾ ਕੰਮ ਕਾਰੋਬਾਰ ਸੀ, ਪਰ ਇਹਨਾਂ ਦਾ ਵੀ ਜਿਹੜਾ ਫਾਈਨਾਂਸਰ ਸੀ ਉਹ ਵਾਲੀਆ ਫੈਮਿਲੀ ਸੀ। ਜਿਹੜੀ ਵਾਲੀਆ ਫੈਮਿਲੀ ਸੀਗੀ ਉਹ ਬਹੁਤ ਵੱਡੇ ਫਾਈਨਾਂਸਰ ਸੀ, ਅਤੇ ਇਹਨਾਂ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਵੀ ਤੁਸੀਂ ਇਹਨਾਂ ਦਾ ਸੈਣੀ ਮੋਟਰਸ ਦਾ ਫਾਈਨਾਂਸ ਬੰਦ ਕਰ ਦਿਓ। ਉਹ ਕਹਿੰਦੇ ਜੀ ਅਸੀਂ ਬੰਦ ਤਾਂ ਕਰ ਦਿਆਂਗੇ। ਸੁਮੇਧ ਸਿੰਘ ਸੈਣੀ ਨੇ ਸੁਨੇਹਾ ਭੇਜਿਆ, SSP ਸੀ ਜੀ ਉਸ ਵੇਲੇ ਲੁਧਿਆਣਾ, ਉਹਨਾਂ ਵੇਲਿਆਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ SSP, ਜੇ ਮੈਂ ਨਹੀਂ ਆਇਆ ਇਫ ਨੋਟ ਰੋਂਗ। ਇਹਨੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਇਹਦਾ ਉਹ ਨਾ ਕਰੋ, ਫਾਈਨੈਂਸ ਦੇਣਾ ਬੰਦ ਕਰੋ। ਉਹ ਕਹਿੰਦੇ ਜੀ ਅਸੀਂ ਕਰ ਦਿੰਦੇ ਹਾਂ ਜੀ, ਪਰ ਸਾਡੇ ਜਿਹੜੇ ਪੈਸੇ ਫਸ ਚੁੱਕੇ ਆ ਉਹ ਤਾਂ ਵਾਪਸ ਆ ਜਾਣ, ਅਸੀਂ ਬੰਦ ਕਰ ਦਿਆਂਗੇ। ਇਹ ਕਹਿੰਦੇ ਨਹੀਂ ਹੁਣ ਕਰੋ। ਇਹ ਕਹਿੰਦੇ ਇਹ ਨਹੀਂ ਹੋ ਸਕਦਾ। ਚਲੋ ਇਹਨਾਂ ਦੇ ਕੇਸ ਚੱਲ ਪਏ, ਕੇਸ ਚੱਲਦੇ ਹਾਈ ਕੋਰਟ ਆ ਗਏ। ਜਿਸ ਵਕਤ ਹਾਈ ਕੋਰਟ ਆਉਂਦੇ ਹੈਗੇ ਤਾਂ ਹਾਈ ਕੋਰਟ ਦੇ ਵਿੱਚ ਪੁਲਿਸ ਵਾਲੇ ਨੇ, ਕਿਉਂਕਿ ਨਾ ਇੱਕ ਆਪਣਾ ਤਹਿਜ਼ੀਬੀ ਹੁੰਦਾ ਹੈਗਾ ਕਿ ਪੁਲਿਸ ਵਾਲੇ ਚਾਹੇ ਜਿਹੜੇ ਹੁਣ ਉਹ SSP ਤਾਂ ਸੀ, ਪਰ ਜਿਹੜੇ ਨਾਲ ਦੇ ਇਹਨਾਂ ਦੇ SP ਸੀ, DSP ਸੀ, ਉਹ ਤਾਂ ਉਹ ਵਾਲੀ ਫੈਨ ਨੂੰ ਦੇ ਜਿਹੜੇ ਕੇਸ ਲਈ ਹਾਈ ਕੋਰਟ ਮਿਲਦੇ ਸੀ। ਤਾਂ ਸਾਡੇ ਉਹ ਉੱਥੇ ਪਾਰਕਿੰਗ ਦੇ ਵਿੱਚ ਇੱਕ SP ਕਹਿੰਦਾ ਜੀ ਕਿ ਸਾਡੀ ਗੱਡੀ 'ਚ ਤੁਹਾਡਾ ਫਾਲਟ ਹੈਗਾ ਅਤੇ ਸਾਨੂੰ ਥੋੜ੍ਹੀ ਜਿਵੇਂ ਲਿਫਟ ਦੇ ਦਿਓ। ਉਹ ਕਹਿੰਦੇ ਜੀ ਆਓ ਬੈਠੋ। ਉਹ ਵਾਲੀਆ ਫੈਮਿਲੀ ਸੀ, ਉਹਨਾਂ ਨੇ SP ਨੂੰ ਲਿਫਟ ਦਿੱਤੀ, SP ਨੂੰ ਲਿਫਟ ਦਿੱਤੀ। ਅੱਜ ਤੱਕ ਉਹ ਬੰਦੇ ਨਹੀਂ ਮਿਲੇ।
ਉਹਦੇ ਲਈ ਕੀ ਹੋਇਆ ਕਿ ਉਸ ਤੋਂ ਬਾਅਦ ਦੇ ਵਿੱਚ ਉਹ ਕੇਸ ਚੱਲ ਰਿਹਾ ਸੀ ਅੱਗੇ। ਉਹ ਕੇਸ ਉਹਨਾਂ ਨੇ ਕਿਹਾ ਜੀ ਸਾਡੇ ਬੰਦੇ ਨਹੀਂ ਮਿਲ ਰਹੇ ਫੈਮਿਲੀ ਨੂੰ। ਉਸ ਵਕਤ ਜਦੋਂ ਇਹ ਕੇਸ ਹੁੰਦਾ ਹੈਗਾ ਤਾਂ ਉਹ ਥੋੜ੍ਹੇ ਸਟਰਕਚਰ ਪਾਸ ਹੋਣੇ ਸ਼ੁਰੂ ਹੋ ਜਾਂਦੇ, ਕੋਰਟ ਸਖਤ ਲੈਂਗੁਏਜ ਜਦੋਂ ਬੋਲਦਾ ਹੈਗਾ ਤਾਂ ਅਜੀਤ ਸਿੰਘ ਪੂਲਾ ਆ ਕੇ ਕੋਰਟ ਘੇਰ ਲੈਂਦਾ ਹੈਗਾ, ਵਿੱਚ ਕਬਜ਼ਾ ਕਰ ਲੈਂਦਾ, ਦਰਵਾਜ਼ੇ ਬੰਦ ਕਰ ਲੈਂਦਾ ਹਾਈ ਕੋਰਟ 'ਚ ਜਾ ਕੇ। ਤਾਂ ਉਹ CRPF ਬੁਲਾਈ ਜਾਂਦੀ ਹੈ ਤੇ ਉਹਨਾਂ ਨੂੰ ਚਲੋ ਬਾਹਰ ਕੱਢਿਆ ਜਾਂਦਾ, ਹੁੰਦਾ ਕੁਝ ਵੀ ਨਹੀਂ ਆ। ਔਰ ਇਹ ਇੰਡੀਅਨ ਐਕਸਪ੍ਰੈਸ ਦੀ ਹੈਡਲਾਈਨ ਸੀ। ਉਸ ਤੋਂ ਬਾਅਦ ਦੇ ਵਿੱਚ ਮੈਨੂੰ ਇਸ ਚੀਜ਼ ਦੀ ਤਾਇਦ ਕਿੱਥੋਂ ਹੁੰਦੀ ਹੈਗੀ, ਇਸ ਤੋਂ ਤਾਇਦ ਹੁੰਦੀ ਹੈਗੀ ਕਿ ਗੁਰਮੀਤ ਸਿੰਘ ਪਿੰਕੀ ਹੈਗਾ ਨਾ, ਜਿਹਨੂੰ ਪਿੰਕੀ ਕੈਟ ਦੇ ਨਾਲ ਉਹ ਕਨਫੈਸ਼ਨਸ ਆਫ ਸੀਰੀਅਲ ਕਿਲਰ ਕਾਪ ਹੈ ਜੀ, ਜਿਹੜੀ ਕੰਵਰ ਸੰਧੂ ਨੇ ਸੀਗੀ। ਤਾਂ ਉਹਦੇ ਵਿੱਚ ਵੀ ਉਹੀ ਗੱਲ ਕਹਿ ਰਿਹਾ ਹੈਗਾ ਕਿ ਜੀ ਮੈਂ ਜੇਲ੍ਹ 'ਚ ਗਿਆ ਸੀ 2006 ਤੇ ਅੱਗੇ ਮੈਨੂੰ ਅਜੀਤ ਸਿੰਘ ਪੂਲਾ ਨਿੰਗ ਮਿਲਿਆ ਤੇ ਉਹ ਮੈਨੂੰ ਮਿਲਿਆ ਤੇ ਉਹਨੇ ਮੈਨੂੰ ਦੀਆਂ ਸਾਰੇ ਦਿਲ ਦੀਆਂ ਗੱਲਾਂ ਸੁਣਾਤੀਆਂ। ਤਾਂ ਮੈਂ ਉਹਨੂੰ ਪੁੱਛਿਆ ਵੀ ਕੀ ਹੋਇਆ ਸੀ, ਤਾਂ ਉਹ ਕਹਿੰਦਾ ਵੀ ਮੈਂ 50-60 ਨਿੰਗ ਲੈ ਕੇ, ਜਿਹੜੇ ਨਿੰਗ ਸਿੰਘ ਸੀ ਇਹ, ਤਾਂ ਉਹ ਮੈਂ ਜਸਟਿਸ ਜਿਹੜੇ ਉਸ ਵੇਲੇ ਜੱਜ ਸਾਹਿਬ ਸੀ ਉਹਨਾਂ ਦੇ ਘਰੇ ਸਿਹਰੇ ਬਣ ਕੇ ਗਿਆ ਸੀ। ਹੁਣ ਸਿਹਰੇ ਬਣਨ ਦਾ ਤਾਂ ਮਤਲਬ ਹੀ ਬਹੁਤ ਪੰਜਾਬ ਦੇ ਵਿੱਚ ਤਾਂ ਕਤਲ ਹੋਣ ਵਾਲੀਆਂ ਗੱਲਾਂ ਵੈਸੇ ਹੋ ਜਾਂਦੀਆਂ, ਕਿਸੇ ਨੂੰ ਗੱਲ ਹੀ ਕਹਿ ਦਈਏ ਤਾਂ ਉਹ ਤੋਂ ਵੱਡੀ ਗੱਲ ਹੈਗੀ। ਜੋ ਐ ਨਹੀਂ, ਵੈਸੇ ਜੋ ਗੱਲ ਹੋਈ ਉਹ ਉਸ ਤੋਂ ਬਾਅਦ ਕੀ ਹੈ ਕਿ ਜੱਜ ਸਾਹਿਬ ਨੂੰ ਇੱਕ ਦਿਨ ਫੋਨ ਆਉਂਦਾ ਹੈਗਾ ਜਸਟਿਸ VK ਚਾਂਜੀ ਨੂੰ ਕਿ ਜੀ ਜਿਵੇਂ ਉਹ 3 ਬੰਦੇ ਪੱਠੇ 'ਚ ਸਿੱਟ ਕੇ ਖਪਾਏ ਗਏ ਆ ਤਾਂ ਤੁਹਾਨੂੰ ਵੀ ਖਪਾ ਦੇਣਗੇ। ਉਹਨਾਂ ਨੇ ਉਹਦੇ 'ਚ ਮੈਂਸ਼ਨ ਕਰਤਾ ਉਹਦੇ ਆਰਡਰ ਦੇ ਵਿੱਚ। ਉਹ ਕੇਸ 94 ਦੇ ਵਿੱਚ FIR ਦਰਜ ਹੋ ਗਈ ਦਿੱਲੀ CBI ਕੋਲੇ ਕੇਸ ਚੱਲ ਗਿਆ। CBI ਨੇ FIR ਦਰਜ ਲੌਂਚ ਕਰਕੇ। ਕਿਉਂ ਕਾਲ ਕਿਹਦੀ ਆਈ ਸੀ? ਅਨਨੋਨ ਨੰਬਰ ਤੋਂ ਹੋਊਗੀ ਹੀ ਹੋਊਗੀ। ਹੁਣ ਇਹ ਕਿਹੜਾ ਪਤਾ ਲੱਗਦਾ ਸੀ, ਇਸੇ ਲਈ FIR ਦਰਜ ਕਰਤੀ ਕਿ ਪਤਾ ਕਰੋ। ਨਹੀਂ, FIR ਦੇ ਸੀ ਬੰਦੇ ਨਹੀਂ ਮਿਲ ਰਹੇ ਸੀ ਜੀ, ਇਹ ਉਹ ਧਮਕੀ ਦੀ ਨਹੀਂ ਸੀਗੀ, ਉਹ ਬੰਦੇ ਨਹੀਂ ਮਿਲ ਰਹੇ, ਉਹ FIR ਜਿਹੜੇ ਵਾਲੀਆ ਪਰਿਵਾਰ ਜਿਹੜਾ ਗਾਇਬ ਹੋਇਆ। ਹਾਂਜੀ। ਔਰ ਤੁਹਾਨੂੰ ਮੈਂ ਦੂਸਰੀ ਗੱਲ ਮੈਂ ਦੱਸਦਾ ਕਿ ਸਾਡੇ ਤੇ ਤਾਂ ਉਹਨਾਂ ਨੇ ਕਹਿੰਦਾ ਟੈਰਰਿਸਟ ਆਰਗੇਨਾਈਜੇਸ਼ਨ ਹੈ ਇਹ ਜੀ, ਫਲਾਣੀ ਹੈਗੀ। ਤਾਂ ਉਸ ਵੇਲੇ ਕੀ ਉਹਨਾਂ ਨੇ ਜਿਹੜੀ ਲੜਾਈ ਬਣਾਈ ਹੈ ਨਾ ਅੱਗੇ, ਉਹ ਇੱਕ ਤਾਂ ਉਹ ਇਹ ਪੁਆਇੰਟ ਸੀ ਉਹ ਮੈਂ ਦੂਸਰਾ ਪੁਆਇੰਟ ਸਾਡਾ ਇਹ ਸੀ ਕਿ ਇਹ ਕੀ ਇਸ ਬੰਦੇ ਦੇ ਉੱਤੇ ਕੇਸ ਚੱਲ ਰਿਹਾ ਕਿ ਤੁਸੀਂ ਇਹਨੂੰ DGP ਲਾ ਸਕਦੇ ਹੋ। ਇੱਕ ਮੋਰਲ ਟਰਪੀਟਿਊਡ ਹੈ ਜੀ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਰੂਲਸ ਦੇ ਵਿੱਚ ਕਿ ਕਿਸੇ DGP ਬਣਾਉਣ ਸ਼ਰਤਾਂ ਨੇ, ਤਾਂ ਕਿ ਜਿਹੜੀ ਇਹ ਧਾਰਾ ਲੱਗਦੀ ਹੈਗੀ ਬੰਦੇ ਖੱਪ ਜਾਣੇ, ਮਰ ਜਾਣੇ, ਤੁਹਾਡੇ ਚਾਰਜਸ ਫਰੇਮ ਹੋ ਗਏ ਹੈਗੇ, ਤਾਂ ਕੀ ਇਹ ਮੋਰਲ ਟਰਪੀਟਿਊਡ ਨਹੀਂ ਹੈ? ਤੀਸਰਾ, ਤੋਂ 6 ਬੰਦੇ ਸੀਨੀਅਰ ਹੈ, ਤੁਸੀਂ ਇਹਨੂੰ ਲਾ ਰਹੇ ਹੋ, ਇਹੋ ਜਿਹੀ ਕੀ ਗੱਲ ਹੈਗੀ? ਉਸ ਵੇਲੇ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ DS ਬੈਂਸ, ਉਹਨਾਂ ਨੇ ਆਪਦਾ ਜਵਾਬ ਦਿੱਤਾ ਕਿ ਜੀ ਦਵਿੰਦਰਪਾਲ ਸਿੰਘ ਭੁੱਲਰ ਰਾਜੋਆਣੇ ਦੀ ਹੁਣ ਫਾਂਸੀ ਹੋ ਰਹੀ ਹੈ, ਕਿਉਂਕਿ ਇਸੇ ਦੌਰਾਨ ਹੀ ਨਾ ਜੀ 28 ਉਹਨਾਂ ਦਿਨਾਂ ਦੇ ਵਿੱਚ ਹੀ ਇਹਦਾ ਵਾਰੰਟ ਇਸ਼ੂ ਹੋਇਆ ਸੀ, ਡੈਥ ਵਾਰੰਟ ਜਿਹੜਾ ਇਹਦਾ ਸੀ ਬਲਵੰਤ ਸਿੰਘ ਰਾਜੋਆਣੇ ਦਾ ਹੋਇਆ ਸੀ। ਉਹਦੇ ਪੈਰਲਲ ਇਹਨੂੰ ਸੈਨਿਕ ਨੂੰ DGP ਲਾਇਆ ਗਿਆ ਸੀ ਤੇ ਉਹ ਕਹਿੰਦੇ ਜੀ ਹਾਲਾਤ ਬੜੇ ਖਰਾਬ ਹੈ, ਤੈਨੂੰ ਲਾਉਣਾ ਬੜਾ ਜ਼ਰੂਰੀ ਸੀ ਕੋਈ ਇਸ ਤਰ੍ਹਾਂ। ਤੀਸਰਾ, ਉਹ ਕਹਿੰਦੇ ਜੀ ਵੀ ਕਿ ਪ੍ਰੋਫੈਸਰ ਜਗਮੋਹਨ ਸਿੰਘ ਟੋਨੀ ਹੈ, ਉਹ ਵਾਇਸ ਆਫ ਫਰੀडम ਦਾ ਡਾਇਰੈਕਟਰ ਹੈ ਔਰ ਸਿਮਰਜੀਤ ਸਿੰਘ ਮਾਨ ਦਾ ਬੰਦਾ। ਸਿਮਰਜੀਤ ਸਿੰਘ ਮਾਨ ਨੇ ਸਾਡੇ ਤੇ ਕੇਸ ਕਰਾਇਆ। ਹਾਲਾਂਕਿ ਜਗਮੋਹਨ ਸਿੰਘ ਟੋਨੀ ਤਾਂ ਕਿਸੇ ਵੇਲੇ ਤਾਂ ਬਹੁਤ ਭਲੇ ਵੇੜਿਆਂ 'ਚ ਸਿਮਰਜੀਤ ਸਿੰਘ ਮਾਨ ਨੂੰ ਛੱਡ ਚੁੱਕੇ ਸੀ ਔਰ ਸਿਮਰਜੀਤ ਸਿੰਘ ਮਾਨ ਆਪਣਾ ਵਾਇਸ ਆਫ ਫਰੀडम ਨੂੰ ਵੀ ਛੱਡ ਚੁੱਕੇ ਸੀ। ਇੱਕ ਇਹ ਗੱਲ ਹੋ ਗਈ। ਉਹ ਹੁਣ ਮੈਂ ਤੁਹਾਨੂੰ ਦੱਸ ਦਾਂਗੀ ਵੀ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਨਿਊਜ਼ ਲੱਗ ਗਈ DS ਬੈਂਸ ਦਾ ਜਿਹੜਾ ਐਫੀਡੇਵਿਟ ਸੀ ਜੋ ਬਿਆਨ ਦਿੱਤਾ, ਉਹ ਜਦੋਂ ਨਿਊਜ਼ ਲੱਗਦੀ ਹੈ ਤਾਂ ਉਹ ਸਿਮਰਜੀਤ ਸਿੰਘ ਮਾਨ ਨੇ ਪੜ੍ਹ ਲਈ। ਉਹਨਾਂ ਨੇ ਸਾਨੂੰ ਕਿਸੇ ਹੋਰ ਕੇਸ ਦੇ ਲਈ ਮੈਨੂੰ ਬੁਲਾਇਆ ਤੇ ਉੱਥੇ ਮੈਨੂੰ ਫਿਰ ਪਤਾ ਲੱਗਿਆ ਕਿ ਉਹਨਾਂ ਨੇ ਮੈਨੂੰ ਆਪ ਦੱਸੀ ਇਹ ਗੱਲ ਕਿ ਇਹ ਮੈਨੂੰ DS ਬੈਂਸ ਨੇ ਇਹ ਕਰਤਾ। ਤੇ ਸਿਰ ਸਾਹਿਬ ਵੀ ਮੈਂ ਤਾਂ ਫਿਰ ਉਹਨੂੰ ਦੱਸਦਾ, ਤੁਹਾਨੂੰ ਪਤਾ ਜਿਵੇਂ ਸਿਮਰਜੀਤ ਸਿੰਘ ਮਾਨ ਦਾ, ਉਹ ਕਹਿੰਦੇ ਬੈਂਸ ਤੇਰੀ ਹਿੰਮਤ ਕਿਵੇਂ ਹੋਊਗੀ ਮੇਰੇ ਬਾਰੇ ਇਹ ਗੱਲ ਲਿਖਣ ਦੀ? ਸੋਚਦਾ ਮੈਂ ਨਾ ਬੁੱਝਦਾ ਲਾਂ, ਮੇਰੇ 'ਚ ਇੰਨੀ ਹਿੰਮਤ ਹੈਗੀ ਮੈਂ ਆਪ ਦੀ ਲੜਾਈ ਆਪ ਲੜ ਸਕਦਾ, ਮੈਂ ਕਿਸੇ ਦੇ ਮੋਢਿਆਂ 'ਤੇ ਰੱਖ ਕੇ ਅੱਜ ਤੱਕ ਤੇ ਚਲਾਈ ਨਹੀਂ, ਮੇਰੇ 'ਚ ਬਹੁਤ ਹਿੰਮਤ ਹੈ। ਤਾਂ ਉਹਨੇ ਮਾਫੀਆਂ ਮੰਗੀਆਂ ਕਿ ਮਾਨ ਸਾਹਿਬ ਗਲਤੀ ਹੋ ਗਈ ਮੇਰੇ ਤੋਂ। ਇਹੀ ਕਹਿ ਸਕਦੇ ਨੇ ਕਿ ਜੀ ਗਵਰਨਮੈਂਟ ਦਾ ਸਾਡਾ ਕੰਮ ਹੈ, ਅਫਸਰ ਦਾ ਹੀ ਅਖੀਰ ਤੇ ਨਿਕਲਣਾ ਜੀ ਸਾਡਾ ਤੇ ਪ੍ਰੈਸ਼ਰ ਹੈ, ਜਿਵੇਂ ਐਨੀਵੇ ਜੋ ਵੀ ABC ਜੋ ਵੀ ਹੋਇਆ ਉਹ ਹੋ ਚੁੱਕਿਆ ਸੀ। ਹੁਣ ਇਸ ਦੇ ਨਾਲ ਦੌਰਾਨ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਹੁਣ ਇੱਕ ਲੜਾਈ ਹੈ, ਮੰਨ ਲਓ ਕਿ ਜਿਹਨੇ ਬੰਦਾ ਮਾਰਿਆ, ਤੁਸੀਂ ਉਹਨੂੰ ਕਹਿ ਰਹੇ ਹੋ ਜੀ ਕਿ ਇਹ ਤਾਂ ਜੀ
ਸਿੱਖ ਤੇ ਹਿੰਦੂ ਦਾ ਕੇਸ ਬਣਾ ਕੇ ਰੱਖ ਰਹੇ ਉਹਨੂੰ ਕਿ ਜੀ ਅਸੀਂ ਤਾਂ ਬਹੁਤ ਕੁਝ ਕੀਤਾ, ਇਹ ਤਾਂ ਜੀ ਟੈਰਰਿਸਟ ਆਰਗੇਨਾਈਜੇਸ਼ਨ ਦੇ ਨਾਲ ਹੈ, ਇਹਨੇ ਤਾਂ ਜੀ ਸੈਣੀ ਨੇ ਇਹ ਕੰਮ ਕੀਤੇ ਆ। ਹੁਣ ਉਸ ਕੇਸ ਦੇ ਵਿੱਚ 3 ਬੰਦੇ ਮਰਨ ਵਾਲੇ, ਮੁਖਤਿਆਰ ਸਿੰਘ ਡਰਾਈਵਰ ਤੇ ਜੀਜਾ ਔਰ ਇੱਕ ਉਹਦਾ ਸਾਲਾ ਵਿਨੋਦ ਕੁਮਾਰ ਤੇ ਅਸ਼ੋਕ ਕੁਮਾਰ ਵਾਲੀਆ ਫੈਮਿਲੀ ਦੇ, ਉਹ ਤਾਂ ਹਿੰਦੂ ਸੀ ਨਾ। ਫਿਰ ਇਹ ਦੱਸੋ ਇਹਦੇ 'ਚ ਫਿਰ ਟੈਰਰਿਸਟ ਕਿਵੇਂ ਹੋ ਗਏ? ਸਾਡੇ ਖਿਲਾਫ ਇਹ ਸਾਰੇ ਪੱਖ ਤੁਸੀਂ ਜਿਹੜਾ ਪਟੀਸ਼ਨ ਵਿੱਚ ਰੱਖੇ ਸੀ? ਅਸੀਂ ਹਿੰਦੂ ਤਾਂ ਅਸੀਂ ਤਾਂ ਸਾਡੀ ਤਾਂ ਇਹਦੀ ਸੋਚ ਹੀ ਨਹੀਂ ਸੀਗੀ ਕਿ ਅਸੀਂ ਇਹ ਕਰੀਏ। ਤਾਂ ਸਿੱਧੀ ਗੱਲ ਕਹੀ ਹੈ। ਬਿਲਕੁਲ, ਤੁਸੀਂ ਤਾਂ ਸਿੱਧਾ ਨਿਯੁਕਤੀ ਨੂੰ ਚੁਣੌਤੀ ਦਿੱਤੀ ਸੀ ਨਾ ਕਿ ਇੰਨਾ ਕੁਝ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਉਹ ਸਾਹਮਣੇ ਹੈ, ਤੇ ਫਿਰ ਕਿਉਂ ਇੱਕੋ ਦਮ ਨੀਚੋਂ ਲਿਆ ਕੇ ਉੱਪਰ ਖੜਾ ਕਰ ਮੈਂ ਤੁਹਾਨੂੰ ਦੱਸ, ਸਾਡੀ ਤਾਂ ਜੀ ਬਹਿਸ ਵੀ ਇਹ ਹੈ। ਮੰਨ ਲਓ ਜੀ ਮੈਂ ਤਾਂ ਕਾਤਲ ਹਾਂ, ਮੈਂ ਕਹਿਣਾ ਜੀ ਮੇਰੇ ਸਾਹਮਣੇ ਕਤਲ ਹੋਇਆ, ਕੀ ਮੇਰੀ ਦਲੀਲ ਇਸ ਗੱਲ ਤੇ ਖਰਚ ਹੋਊਗੀ ਤੂੰ ਕਾਤਲ ਹੈ, ਵੀ ਉਹ ਕਤਲ ਨਹੀਂ ਕਰ ਸਕਦਾ? ਬਿਲਕੁਲ, ਉਹ ਕਾਤਲ ਹੈ, ਮੈਨੂੰ ਤਾਂ ਫਾਂਸੀ ਲਾ ਦਿਓ, ਉਹਦੇ ਤੋਂ ਬਾਰੇ ਵੀ ਤਾਂ ਸੋਚੋ। ਜੇ ਸੁਮੇਧ ਸਿੰਘ ਸੈਣੀ ਨੇ ਕੰਮ ਕੀਤਾ ਹੈਗਾ, ਅਸੀਂ ਤਾਂ ਜੀ ਚਲੋ ਮਾੜੇ ਆ, ਪਰ ਆਹ ਮੁੱਦਾ ਤਾਂ ਦੱਸ ਦਿਓ, ਠੀਕ ਹੈ ਕਾਨੂੰਨ ਮੁਤਾਬਕ। ਸਿੱਧੂ ਸਾਹਿਬ ਫਿਰ ਬਣਿਆ ਕਿ ਉਸ ਅਪੀਲ ਦਾ? ਉਸ ਦਾ ਜੀ ਹੁਣ ਮੈਂ ਤੁਹਾਨੂੰ ਮੈਂ ਹੋਰ ਦੱਸਦਾ। ਹੁਣ ਤੁਸੀਂ ਇੱਕ ਸਵਾਲ ਮੈਨੂੰ ਹੋਰ ਪੁੱਛੋ ਵੀ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ ਇਸ ਕੇਸ ਲਈ? ਕੀ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ? ਫੰਡਿੰਗ ਹੋਈ ਹੋਣੀ? ਹਾਂ, ਯੈਸ, ਵੈਰੀ ਗੁੱਡ। ਇਹ ਮੈਂ ਚਾਹੁੰਦਾ ਸੀ ਇਹ ਸਵਾਲ ਆਵੇ, ਕਿਉਂਕਿ ਮੈਂ ਤੁਹਾਨੂੰ ਇਹ ਪਹਿਲਾਂ ਕਿਹਾ ਸੀ ਮੈਂ ਤੁਹਾਨੂੰ ਬਹੁਤ ਇਹੋ ਜਿਹੇ ਜਵਾਬ ਦੂੰਗਾ। ਇਸ ਦੌਰਾਨ ਕੀ ਹੋਇਆ ਸੀ, ਇਹ ਕੇਸ 1 ਸਾਲ ਹੀ ਚੱਲਿਆ ਜੀ। ਕੁਝ ਕੁ ਮਹੀਨਿਆਂ ਬਾਅਦ ਨਾ ਸਾਡੇ ਤੇ ਜਿਸ ਵਕਤ ਇਲਜ਼ਾਮ ਲੱਗਦਾ ਹੈਗਾ, ਸਾਨੂੰ ਪੁੱਛ ਲਿਆ ਗਿਆ ਕਿ ਜੀ ਤੁਸੀਂ ਇਹਦੀ ਫੰਡਿੰਗ ਦਿਖਾਓ ਕਿੱਥੋਂ ਆਉਂਦੀ ਹੈ। ਤਾਂ ਸਿਮਰਨਜੀਤ ਸਿੰਘ ਦੀਆਂ ਆਪਦੀਆਂ ਇਨਕਮ ਟੈਕਸ ਰਿਟਰਨਸ ਔਨ ਰਿਕਾਰਡ ਲੱਗੀਆਂ ਹੋਈਆਂ ਨੇ, ਐਡਵੋਕੇਟ ਸਿਮਰਨਜੀਤ ਸਿੰਘ ਦੀ ਔਨ ਰਿਕਾਰਡ। ਸੋ ਮੈਂ ਇੱਕ ਹੋਰ ਗੱਲ ਦੱਸਦਾ। ਅਸੀਂ ਬਾਹਰ ਜਿਵੇਂ ਆਪਸ 'ਚ ਬੈਠ ਕੇ ਆਪਾਂ ਵਿਚਾਰ ਕਰਦੇ ਹਾਂ ਵੀ ਜੇ ਆਪਾਂ ਨੂੰ ਪੁੱਛਿਆ ਤਾਂ ਆਪਣਾ ਅੱਗੇ ਪੈਂਤੜਾ ਦਾ ਕੀ ਹੋਊਗਾ। ਉਹ ਅਸੀਂ ਸਾਡੇ ਕਿਤੇ ਵੈਸੇ ਅਸੀਂ ਗੱਲ ਕਰ ਲਈ ਬਾਹਰ ਕੋਰਟ ਦੇ ਖੜਿਆਂ ਨੇ ਕਿ ਸਿਮਰਨ ਕਹਿੰਦਾ ਵੀ ਮੈਂ ਕਹੂੰਗਾ ਵੀ ਚਾਹੇ ਮੇਰਾ ਖੂਨ ਦਾ ਕਤਰਾ ਮੈਨੂੰ ਵੇਚਣਾ ਪੈ ਜਾਏ ਤਾਂ ਮੈਂ ਪੈਸਾ ਤਾਂ ਵੀ ਇਕੱਠਾ ਕਰਕੇ ਜੱਜ ਸਾਹਿਬ ਕੇਸ ਲੜੂੰਗਾ। ਅਸੀਂ ਆਪਸ ਹਾਲਾਂਕਿ ਅੰਦਰ ਕੋਈ ਦਲੀਲ ਨਹੀਂ ਦਿੱਤੀ, ਬੈਂਚ ਤੱਕ ਅਸੀਂ ਬਾਹਰ ਗੱਲ ਕਰ ਰਹੇ ਹਾਂ, ਅੰਦਰ ਗੱਲ ਪਹੁੰਚ ਗਈ। ਉਹੀ ਤੁਹਾਡੇ ਕਹਿਣ ਵਾਂਗੂ ਕਿ ਇੰਟੈਲੀਜੈਂਸ ਜਿਹੜੀ ਹੈ ਅਦਾਲਤਾਂ ਵਿੱਚ। ਹੁਣ ਤੁਹਾਨੂੰ ਕੀ ਪਤਾ ਹੈਗਾ, ਤੁਹਾਡੇ ਕੋਲੇ ਕੋਈ ਆਇਆ ਕੋਈ ਤੁਸੀਂ ਕੋਈ ਤਾਂ ਨੌਕਰ ਖੜਾ ਹੈ, ਇਹਦਾ ਜੀ ਬੂਟ ਪਾਲਿਸ਼ ਵਾਲਾ ਖੜਾ ਹੈਗਾ, ਕੌਣ ਹੁੰਦਾ? ਬਿਲਕੁਲ, ਇਹ ਚੀਜ਼ਾਂ ਹੁੰਦੀਆਂ ਨੇ। ਉਹ ਚਲੋ ਔਨ ਰਿਕਾਰਡ ਹੋਈ। ਹੁਣ ਉਹਦੇ 'ਚ ਗੱਲ ਕੀ ਹੋਈ ਕਿ ਥੋੜ੍ਹੇ ਟਾਈਮ ਬਾਅਦ ਸਾਨੂੰ ਉਹਨਾਂ ਨੇ ਜਦੋਂ ਇਹ ਸਾਡੇ ਤੇ ਲਾ ਰਹੇ ਸੀ ਦੋਸ਼, ਤਾਂ ਉਹਨਾਂ ਨੇ ਸਾਨੂੰ ਕਹਿਤਾ ਕਿ ਉਹਨਾਂ ਨੂੰ ਕਹਿਤਾ ਵੀ ਠੀਕ ਹੈ ਜੀ, ਜੇ NGO ਹੋਏਗੀ ਅਸੀਂ ਇਹਨਾਂ ਨੂੰ ਬਾਹਰ ਕਰ ਦਿੰਦੇ ਆਂਗੇ, ਪਰ ਇਹ ਕੇਸ ਸਿਊ ਮੋਟੋਸ ਚੱਲੂਗਾ, ਇਹਦੇ 'ਚ ਐਮਿਕਸ ਕਿਊਰੀ ਕੋਰਟ ਦੀ ਮਦਦਗਾਰ ਲਈ ਜਿਹੜੇ KN ਬਾਲਕਪਾਲ ਹੋਣਗੇ। ਇਸ ਕਰਕੇ ਉਹ ਜਿਹੜਾ ਪੈਸੇ ਦਾ ਬੋਝ ਸੀ ਉਹ ਸਾਰਾ ਹਾਈ ਕੋਰਟ ਤੇ ਆਪ ਦੇ ਉੱਤੇ ਲੈ ਲਿਆ ਸੀ, ਸਾਡੇ ਤੇ ਨਹੀਂ ਪਿਆ ਸੀ। ਉਹ ਸਾਡਾ ਤਾਂ ਸਾਰਾ 5 ਜਾਂ 6 ਮਹੀਨੇ ਹੋਇਆ ਸੀ, ਉਹ ਕਿਤੇ 2 ਮਹੀਨੇ ਤੋਂ ਡੇਟ ਹੁੰਦੀ ਸੀਗੀ। ਔਰ ਜਿੱਥੋਂ ਤੱਕ ਮੈਨੂੰ ਲੱਗਦਾ ਉਹ ਬਾਲਕਪਾਲ ਸਾਹਿਬ ਨੇ ਤਾਂ ਜਿਹੜਾ ਹਾਈ ਕੋਰਟ ਤੋਂ ਵੀ ਪੈਸਾ ਨਹੀਂ ਵਿਚਾਰੇ ਨੇ ਲੈਣ ਆਏ, ਉਹਨਾਂ ਨੂੰ ਕੀ ਸੀ ਕਿਉਂਕਿ ਉਹਨਾਂ ਦੇ ਅੰਦਰ ਇੱਕ ਸਪਿਰਿਟ ਅੱਗ ਸੀਗੀ ਕਿ ਹਾਂ ਇਹ ਕੰਮ ਗਲਤ ਹੋਇਆ ਹੈਗਾ ਔਰ ਮੈਂ ਇਹ ਚੀਜ਼ ਕਰਨੀ ਹੈ। ਔਰ ਉਹ ਸਾਡਾ ਉਹ ਇੰਨੇ ਕਦਰਦਾਨ ਸੀਗੇ, ਮਤਲਬ ਸਾਡੀ ਇੰਨੀ ਕਦਰ ਕਰਦੇ ਸੀਗੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਮੈਂ ਆਪਦੀ ਤਾਰੀਫ ਨਹੀਂ ਕਰ ਰਿਹਾ ਜਾਂ ਸਿਮਰਨ ਦੀ ਨਹੀਂ, ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਮੈਂ ਸੁਣਿਆ ਸੀ ਵੀ ਪੰਜਾਬ ਦੇ ਵਿੱਚ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਉਦਮ ਸਿੰਘ ਹੈ। ਹੁਣ ਵੇਖ ਰਿਹਾ ਵੀ ਵਾਕਈ ਇਹ ਬਲੱਡ ਦੇ ਵਿੱਚ ਉਹ ਚੀਜ਼ ਹੈਗੀ ਹੈ, ਇਹਨਾਂ 'ਚ ਬਕਾਵਤ ਹੈਗੀ ਹੈ, ਇਹ ਚੈਲੰਜ ਕਰਨ ਦੇ ਹੈਗੇ, ਇਹਨਾਂ ਦੇ 'ਚ ਇਹ ਸਪਿਰਿਟ ਹੈ। ਇਹ ਮਰਨ ਵਾਲੀ ਕੌਮ ਨਹੀਂ ਹੈਗੀ ਪੰਜਾਬੀ, ਜਿਹੜੇ ਪੰਜਾਬੀ। ਸਾਲ ਬਾਅਦ ਪਟੀਸ਼ਨ ਵਾਪਸ ਲੈ ਲਈ ਸੀ ਮਤਲਬ? ਨਹੀਂ, ਪਟੀਸ਼ਨ ਨਹੀਂ ਲਈ ਅਸੀਂ ਵਾਪਸ। ਪਟੀਸ਼ਨ ਚੱਲੀ, ਉਹ ਪਟੀਸ਼ਨ ਚੱਲੀ ਕਿ ਜਸਟਿਸ ਸੀਕਰੀ ਦੀ, ਪਹਿਲਾਂ ਤਾਂ ਜਸਟਿਸ ਗਗੋਈ ਚਲੇ ਗਏ ਸੁਪਰੀਮ ਕੋਰਟ। ਜਦੋਂ ਸਾਲ ਉਹ ਆਇਆ ਨੂੰ 6 ਮਹੀਨੇ ਹੋਏ ਸੀ, ਜਸਟਿਸ AK ਸੀਕਰੀ, ਅਰਜਨ ਕੁਮਾਰ ਸੀਕਰੀ, ਉਹਨਾਂ ਨੇ ਸੁਪਰੀਮ ਕੋਰਟ 'ਚ ਉਹਦੀ ਐਲੀਵੇਸ਼ਨ ਹੋਣੀ ਸੀ, ਉਹਨਾਂ ਨੇ ਜਾਣਾ ਸੀ। ਉਹਨਾਂ ਨੇ ਫੈਸਲਾ ਸੁਣਾਉਣ ਦੀ ਤਰੀਕ ਰੱਖਤੀ ਜਿਸ ਦਿਨ ਉਹਨਾਂ ਨੇ ਸਹੁੰ ਚੁੱਕਣੀ ਸੀ ਸ਼ਾਮ ਨੂੰ ਜਾ ਕੇ ਸੁਪਰੀਮ ਕੋਰਟ। ਲਾਸਟ ਕੇਸ ਸਾਡਾ, ਔਰ ਉਹਨਾਂ ਨੇ ਲਾਸਟ ਪੈਰਾ ਹੁੰਦਾ ਹੈ ਜੀ ਸੁਣਾ ਕੇ ਜੀ ਇਹ ਕੇਸ ਨਹੀਂ ਬਣਦਾ, ਮੋਰਲ ਟਰਪਿਊਡ ਦਾ ਮਤਲਬ ਹੀ ਨਹੀਂ ਹੈਗਾ, ਤਾਂ ਫਿਰ ਇਹਦੀ ਸਿਲੈਕਸ਼ਨ ਬਹੁਤ ਫੇਅਰ ਹੋਈ ਹੈ ਕਹਿ ਕੇ ਉਹਨਾਂ ਨੇ ਪਾਸਾ ਵਟਿਆ, ਸਿੱਧੀ ਦਿੱਲੀ ਦੀ ਫਲਾਈਟ ਲਈ, ਦਿੱਲੀ ਜਾ ਕੇ ਸਹੁੰ ਚੱਕ ਲਈ। ਤੇ ਇਸ ਸਮੇਂ ਦੌਰਾਨ ਕੋਈ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ, ਉਸ ਵੇਲੇ ਉਹ ਵੀ ਸੱਤਾ ਦੇ ਵਿੱਚ ਸਰਗਰਮ ਸੀ, ਕੋਈ ਉਹਨਾਂ ਦਾ ਬਿਆਨਬਾਜ਼ੀ ਕੋਈ ਸਾਹਮਣੇ ਆਈ, ਕਿਸੇ ਨੇ ਕੋਈ ਪੱਖ ਜਾਣਨਾ ਚਾਹਿਆ? ਜੋ ਚੀਜ਼ ਸਾਨੂੰ ਦੇਖੋ, ਉਸ ਵੇਲੇ ਕੀ ਹੋਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ 2007 ਤੋਂ ਲੈ ਕੇ 2012 ਤੱਕ ਉਹ ਕਹਿੰਦੇ ਨੇ ਸੀ ਦਿੱਲੀ ਜਾ ਕੇ ਕਿ ਜੀ 50,000 ਕਾਂਗਰਸੀਆਂ ਤੇ ਕੇਸ ਦਰਜ ਹੋ ਗਿਆ ਹੈਗਾ।
ਡੀਜੀਪੀ ਲੱਗਦਾ ਸੁਮੇਧ ਸਿੰਘ ਸੈਣੀ। ਤਾਂ ਪ੍ਰੈਸ ਵਾਲਿਆਂ ਨੇ ਪੁੱਛਿਆ ਸਰ ਐਨੀ ਹੀ ਹੈਜ਼ ਬੀਨ ਅਪਾਇੰਟਡ ਐਜ਼ ਡੀਜੀਪੀ ਵਾਟ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦਾ ਸਿਰਫ 2 ਸ਼ਬਦਾਂ ਦੇ ਵਿੱਚ ਜਵਾਬ ਸੀ, ਨੋ ਕਮੈਂਟਸ। ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ। ਹੁਣ ਤੁਸੀਂ ਦੇਖ ਲਓ ਕਿ ਦਹਿਸ਼ਤ ਕੀ ਹੋਊਗੀ ਜਾਂ ਉਹਨਾਂ ਦੀ ਮਜਬੂਰੀ ਕੀ ਹੋਊਗੀ। ਉਹ ਵੀ ਤੁਸੀਂ ਇਹ ਚੀਜ਼ ਐਂ ਕਰਿਓ, 2012 ਦੇ ਵਿੱਚ ਤੁਸੀਂ ਇਸ ਚੀਜ਼ ਸੁਮੇਧ ਸਿੰਘ ਸੈਣੀ ਦਾ ਤੁਸੀਂ ਭਰੋਗੇ, ਤੁਹਾਨੂੰ ਸਾਰੇ ਸਾਈਟਸ ਨਿਕਲ ਆਉਣਗੀਆਂ। ਸੁਖਪਾਲ ਸਿੰਘ ਖਹਿਰਾ ਬੋਲਿਆ, ਸੁਖਪਾਲ ਸਿੰਘ ਖਹਿਰੇ ਨੇ ਇਹ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਚੁੱਪ ਕਿਉਂ ਹੈ, ਬਾਕੀ ਲੀਡਰਸ਼ਿਪ ਚੁੱਪ ਰਹੀ ਪੂਰੀ ਕਾਂਗਰਸ, ਸਿਰਫ ਸੁਖਪਾਲ ਖਹਿਰਾ ਬੋਲੇ। ਯੈਸ, ਇਹ ਸ਼ਾਇਦ 14 ਸਤੰਬਰ ਦੇ ਨੇੜੇ ਦੀ ਤੁਹਾਨੂੰ ਨਿਊਜ਼ੀਲੈਂਡ ਮਿਲੂਗੀ ਇਸ ਚੀਜ਼ ਦੀ, ਸ਼ਾਇਦ HT ਦੀ ਮਿਲੂਗੀ ਤੁਹਾਨੂੰ, ਜਿੱਥੇ ਸੁਖਪਾਲ ਸਿੰਘ ਖਹਿਰਾ ਕੈਪਟਨ ਨੂੰ ਉਸ ਵੇਲੇ ਚੈਲੰਜ ਕਰ ਰਹੇ ਵੀ ਤੂੰ ਬੋਲ ਕਿਉਂ ਨਹੀਂ ਰਿਹਾ, ਜਿੱਥੇ ਕੈਪਟਨ ਕਹਿੰਦੇ ਸੀ ਕਿ ਅਸੀਂ ਖੁੰਡਾ ਚਲਾ ਦੇਵਾਂਗੇ। ਯੈਸ, ਉਹ ਤਾਂ ਜਦੋਂ ਅਸੀਂ ਕੇਸ ਪਾਇਆ ਸਾਨੂੰ ਵੀ ਇਹ ਹੁੰਦੀ ਸੀ ਉਮੀਦ ਵੀ ਪਤਾ ਨਹੀਂ ਸਾਡੇ ਨਾਲ ਕਿੰਨੇ ਕੁ ਬੰਦੇ ਆ ਖੜਨਗੇ ਜੀ ਬੜਾ ਇਹਦੇ ਵਿੱਚੋਂ। ਅਖੀਰ ਦੇਖਿਆ ਤਾਂ ਅਸੀਂ ਇਕੱਲੇ ਸੀ। ਸਿੱਧੂ ਸਾਹਿਬ, ਸਾਡੇ ਕੋਲੇ ਸਮਾਂ ਘੱਟ ਹੈ, ਅਸੀਂ ਤੁਹਾਡੇ ਨਾਲ ਅੱਗੋਂ ਵੀ ਵਿਚਾਰ ਕਰਦੇ ਰਹਾਂਗੇ। ਮੈਨੂੰ ਅਖੀਰ ਦੇ ਵਿੱਚ ਥੋੜਾ ਇਹ ਦੱਸ ਦਿਓ ਕਿ ਤੁਸੀਂ ਇੰਨੇ ਸਾਲ ਜਿਹੜਾ ਆ ਉਹ ਚੁੱਪ ਕਿਉਂ ਰਹੇ, ਤੁਸੀਂ ਨਜ਼ਰ ਨਹੀਂ ਆਏ, ਕਿੱਥੇ ਰਹੇ ਤੁਸੀਂ? ਕਿਉਂਕਿ ਤੁਹਾਡੇ ਕੋਲੇ ਬਹੁਤ ਗੱਲਾਂ ਨੇ ਇਸ ਦੇ ਬਾਰੇ, ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ। ਹੋਰ ਵੀ ਤੁਸੀਂ ਸਾਡੇ ਸੁਣਨ 'ਚ ਆਇਆ ਕਿ ਤੁਸੀਂ ਸਰਬੱਤ ਖਾਲਸਾ ਦੇ ਵੀ ਇਨ ਟੱਚ ਵਿੱਚ ਰਹੇ ਹੋ, ਤੇ ਉਹਨਾਂ ਸਮਿਆਂ ਦੌਰਾਨ ਵੀ ਆਪਾਂ ਉਹਦੇ ਬਾਰੇ ਅੱਗੇ ਗੱਲਬਾਤ ਕਰਾਂਗੇ। ਸਾਡੇ ਦਰਸ਼ਕਾਂ ਨੂੰ ਇੱਥੇ ਦੱਸ ਦਈਏ, ਇਹਦੇ ਬਾਰੇ ਅਸੀਂ ਅੱਗੇ ਗੱਲਬਾਤ ਜਾਰੀ ਰੱਖਾਂਗੇ। ਇੱਥੇ ਇਹ ਦੱਸ ਦਿਓ ਕਿ ਕਿਉਂਕਿ ਕਈ ਵਾਰੀ ਦਰਸ਼ਕਾਂ ਦਾ ਇਹ ਹੁੰਦਾ ਕਿ ਆਖਿਰਕਾਰ ਮੋਟਿਵ ਕੀ ਹੈ ਤੁਹਾਡਾ, ਤੁਸੀਂ ਪਹਿਲਾਂ ਕਿਉਂ ਨਹੀਂ ਨਜ਼ਰ ਆਏ, ਪਹਿਲਾਂ ਕਿਉਂ ਨਹੀਂ ਕਦੇ ਇਹੋ ਜਿਹੀਆਂ ਗੱਲਾਂ ਕੀਤੀਆਂ, ਜਾਂ ਅੱਜ ਤੁਸੀਂ ਆ ਕੇ, ਕਿਉਂਕਿ ਜਦੋਂ ਡੀਜੀਪੀ ਸੁਮੇਧ ਸੈਣੀ ਤੇ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਤਾਂ ਉਸ ਤੋਂ ਬਾਅਦ 'ਚੋਂ ਹੁਣ ਤੁਸੀਂ ਸੁਰਖੀਆਂ ਵਿੱਚ ਜ਼ਿਆਦਾ ਹੋ। ਹੁਣ ਪਤਾ ਲੱਗਦਾ ਹੈ ਕਿ ਜਿਹੜੇ ਗੁਰਿੰਦਰ ਸਿੱਧੂ ਨੇ ਉਹ ਕਿਵੇਂ, ਮਤਲਬ ਕਿ ਉਹਨਾਂ ਨੂੰ ਕੀ ਕੁਝ ਪਤਾ ਹੈ, ਕਿਵੇਂ ਚੁਣੌਤੀਆਂ ਦਿੱਤੀਆਂ। ਮੈਂ ਤੁਹਾਨੂੰ ਇੱਕ ਗੱਲ ਹੋਰ ਵਿੱਚ ਐਡ ਕਰ ਦਿਆਂ। ਇਸ ਤੋਂ ਪਹਿਲਾਂ ਇਹ ਜਿਹੜਾ ਕੇਸ ਸੀ, ਅਸੀਂ ਇੱਥੇ ਹਾਰ ਕੇ ਨਹੀਂ ਚੁੱਪ ਬੈਠੇ ਸੀ। ਅਸੀਂ ਕੋਰਟ ਚੋਂ ਬਾਹਰ ਨਿਕਲ ਕੇ ਮੈਂ ਇਹ ਬੋਲਿਆ ਸੀ ਕਿ ਸੈਣੀ ਜਿੱਥੇ ਭੱਜਣਾ ਭੱਜ ਲੈ, ਤੇ ਤੋਂ ਦਬਦੇ ਨਹੀਂ। ਅਸੀਂ ਸੁਪਰੀਮ ਕੋਰਟ ਜਾਣਾ ਸੀ, ਤੇ ਫਿਰ ਮੈਂ ਸਿਮਰਨ ਤੇ ਅਸੀਂ ਰਾਏ ਕੀਤੀ ਸਿਮਰਨਜੀਤ ਨੂੰ, ਮੈਂ ਕਿਹਾ ਵੀ ਸਿਮਰਨਜੀਤ ਸਿੰਘ ਵੀ ਹੁਣ ਇਸ ਕੇਸ 'ਚ ਬਣਨਾ ਤਾਂ ਕੁਛ ਹੈ ਨਹੀਂ ਆ, ਤੇ ਵੀ ਆਪਾਂ ਨਾ ਪਾਈਏ, ਕੀ ਫਾਇਦਾ ਹੈਗਾ। ਪਰ ਉਹਦਾ ਅੱਗੇੋਂ ਜਵਾਬ ਸੀਗਾ ਕਿ ਕੇਸ ਤਾਂ ਪਾਉਣਾ ਹੀ ਪਾਉਣਾ। ਹੁਣ ਇਹਨੇ ਆਪਾਂ ਇਨਸਾਨੀਅਤ ਦੀ ਗੱਲ ਕੀਤੀ ਸੀਗੀ, ਇਹਨੇ ਆਪਾਂ ਤੇ ਫਿਰਕੂ ਰੰਗ ਚੜਾਤਾ, ਆਪਾਂ ਨੂੰ ਸਿੱਖਾਂ ਦਾ ਕੇਸ ਬਣਾਤਾ। ਹੁਣ ਇਹਨੇ ਦਿਖਾਇਆ ਕਿ ਵੀ ਸਿੱਖ ਹਿੰਦੂ ਦੀ ਲੜਾਈ ਬਣਾਤੀ ਹੈਗੀ, ਜਿਹੜੀ ਕਿ ਇਹ ਚੀਜ਼ ਹੈ ਨਹੀਂ ਗੀ। ਇਹਨੇ ਇਹ ਦਿਖਾਤਾ ਕਿ ਸਿਸਟਮ ਕਿੱਧਰ ਨੂੰ ਆਪਰੇਟ ਹੋ ਰਿਹਾ ਹੈਗਾ। ਆਪਾਂ, ਸਾਡਾ ਕਿਸੇ ਨਾ ਕਿਸੇ ਧਰਮ ਦਾ ਕੋਈ ਜਾਤੀ ਵਿਰੋਧ ਸਾਡਾ ਕੁਛ ਨਹੀਂ ਹੈਗਾ, ਸਾਡੇ ਭਰਾ ਨੇ, ਸਾਡੇ ਨਹੀਂ। ਪਰ ਇਹ ਬੰਦੇ ਨੂੰ ਅਸੀਂ ਅਕਲ ਲਿਆਉਣੀ ਚਾਹੀਦੀ ਹੈ। ਜੇ ਇੱਕ ਸਿੱਖਾਂ ਦੀ ਲੜਾਈ ਹੈਗੀ ਇਹਦੇ ਨਾਲ, ਤਾਂ ਅਸੀਂ ਇਹਨੂੰ ਇਹ ਦੱਸਾਂਗੇ, ਹੁਣ ਦੁਨੀਆ ਵੇਖ ਰਹੀ ਹੈ, ਬੇਸ਼ੱਕ ਕੇਸ ਹਾਰ ਗਏ, ਪਰ ਕੇਸ ਜ਼ਰੂਰ ਫਾਈਟ ਕਰਾਂਗੇ। ਆਖਿਆ ਇਹ ਨਾ ਕੋਈ ਕਹਦੇ ਇਹ ਤੋਂ ਡਰ ਗਏ ਜਾਂ ਦਬ ਗਏ। ਇੱਕ ਤਾਂ ਇਹ ਗੱਲ ਸੀ, ਅਸੀਂ ਉੱਥੋਂ ਹਾਰ ਗਏ, ਸਾਨੂੰ ਪਤਾ ਸੀ, ਪਰ ਫਿਰ ਵੀ ਸਿਮਰਨ ਗਿਆ, ਸਿਮਰਨਜੀਤ ਨੇ ਉੱਥੇ ਕੇਸ ਫਾਈਲ ਕੀਤਾ। ਜਿਹੜਾ ਲੜਾਈ ਬਣਾਈ ਉਹ ਇਹਨਾਂ ਨੇ ਬਣਾਈ, ਮਤਲਬ ਜ਼ਰੂਰਤ ਤਾਂ ਕੀਤੀ ਨਾ ਇੱਕ ਵਾਰੀ ਕੇਸ ਕਰਨ ਦੀ। ਇਹ ਕਿਉਂ ਮੈਂ ਕਿਉਂ ਹੈਗਾ, ਇਹ ਤਾਂ ਬਣਾਈ ਪ੍ਰਸ਼ਾਸਨ ਨੇ। ਕਿਉਂਕਿ ਜਦੋਂ ਤੁਸੀਂ ਪੰਜਾਬ ਦਾ ਪੂਰਾ ਸੰਤਾਪ ਦੇਖੋਗੇ, ਉਹਨਾਂ ਵੇਲਿਆਂ ਦਾ ਜਿਹੜਾ ਦਰਦ ਹੰਡਾਇਆ ਪੰਜਾਬ ਨੇ, ਉਹਨਾਂ ਵੇਲਿਆਂ ਦੇ ਵਿੱਚ ਪੰਜਾਬ ਦਾ ਉਹ ਦੌਰ ਹੈਗਾ ਜਿਹੜਾ ਜਿਸ ਵਕਤ ਭਰਾ ਦਾ ਨਹੀਂ ਰਿਹਾ ਸੀ, ਨਾ। ਪ੍ਰਸ਼ਾਸਨ ਨੇ ਵੀ ਹਿੰਦੂ ਤੇ ਸਿੱਖ ਦੇ ਵਿੱਚ ਜਾਂ ਦੂਸਰੇ ਭਾਈਚਾਰੇ ਦੇ ਵਿੱਚ ਪਾੜਾ ਪਾਇਆ। ਹੁਣ ਤੁਹਾਨੂੰ ਮੈਂ ਦੱਸਦਾ ਵੀ ਪੰਥਕ ਹਲਕਿਆਂ ਦੇ ਵਿੱਚੋਂ ਮੈਂ ਕਿਉਂ ਇਹ ਹੋਇਆ। ਸਰਬਤ ਖਾਲਸਾ ਦੇ ਵਿੱਚੋਂ ਅਸੀਂ ਜਿਸ ਵਕਤ ਸਾਡੇ ਕੋਲ ਕੇਸ ਸੀ, ਤੇ ਮੈਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ, ਉਹਨਾਂ ਦੀ ਔਨ ਰਿਕਾਰਡ ਹੈਗੀ, ਮੇਰੀ ਰਿਕਾਰਡਡ ਜਜਮੈਂਟ ਹੈ, ਉਹਨਾਂ ਦੀ ਬੇਲ ਮੈਂ ਕਰਾਈ ਸੀ। ਉਸ ਤੋਂ ਪਹਿਲਾਂ ਕੀ ਹੋਇਆ ਕਿ ਭਾਈ ਮੋਹਕਮ ਸਿੰਘ, ਜਿਹੜੇ 1986 ਵੀ ਸਰਬਤ ਖਾਲਸਾ ਦੇ ਸਟੇਜ ਦੇ ਸੈਕਟਰੀ ਸੀ, ਤੇ ਹੁਣ ਵੀ ਸੀਗੇ, ਯੂਨਾਈਟਿਡ ਅਕਾਲੀ ਦਲ ਦੇ ਸ਼ਾਇਦ ਪ੍ਰਧਾਨ ਜਾਂ ਕਨਵੀਨਰ ਨੇ, ਉਹਨਾਂ ਦਾ ਕੇਸ ਸਿਮਰਨਜੀਤ ਕੋਲੇ ਆ ਗਿਆ। ਗੁਰਦੀਪ ਸਿੰਘ ਬਠਿੰਡੇ ਦਾ ਕੇਸ ਆ ਗਿਆ। ਇਹ ਮੇਰੇ ਕੋਲੇ ਆਏ ਹੈਗੇ, ਆਪਣਾ ਜਿਹੜੇ ਗੁਰਦੀਪ ਸਿੰਘ ਬਠਿੰਡਾ ਦੋਨੇ ਬੇਟੇ ਆਏ, ਉਹ ਕਹਿੰਦੇ ਅਸੀਂ ਬੜੇ ਤਰੀਕੇ ਨਾਲ ਕਹਿੰਦੇ ਜੀ ਸਾਨੂੰ ਫਾਈਲ ਚਾਹੀਦੀ ਹੈ ਸਿਮਰਨਜੀਤ ਤੋਂ। ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਲੈ ਜਾਓ ਸਿਮਰਨ। ਪਰ ਮੈਨੂੰ ਅਚੰਭਾ ਹੋਇਆ ਭਾਈ ਮੋਹਕਮ ਸਿੰਘ ਦਾ ਬੇਟਾ ਆਇਆ, ਤਾਂ ਭਾਈ ਮੋਹਕਮ ਸਿੰਘ ਦਾ ਬੇਟਾ ਮੈਨੂੰ ਉਹ, ਕਿਉਂਕਿ ਮੇਰੇ ਕੋਲ ਨਹੀਂ ਕੇਸ ਸੀ, ਸਿਮਰਨਜੀਤ ਕੋਲੇ ਕੇਸ ਸੀਗਾ। ਕਾਹਦੀ ਫਾਈਲ ਲੈਣਾ ਸੀ? ਜਿਹੜੀ ਉਹਨਾਂ ਦੀ ਬੇਲ ਲੱਗੀ ਹੋਈ ਸੀਗੀ ਦਾਦੂਵਾਲ। ਨਹੀਂ, ਭਾਈ ਮੋਹਕਮ ਸਿੰਘ ਦੀ ਆਪਦੇ ਕੇਸ ਦੀ ਫਾਈਲ ਅੰਮ੍ਰਿਤਸਰ ਤੋਂ ਰਿਜੈਕਟ ਹੋ ਗਈ ਸੀਗੀ, ਉਹਨਾਂ ਨੇ ਪਾਉਣੀ ਸੀਗੀ ਇੱਥੇ ਹਾਈ ਕੋਰਟ 'ਚ, ਤੇ ਉਹ ਸਿਮਰਨਜੀਤ ਕੋਲੇ ਫਾਈਲ ਆਈ ਸੀ ਕੇਸ ਪਾਉਣ ਦੇ ਲਈ। ਅਸੀਂ 27 ਨੰਬਰ ਕਮਰੇ 'ਚ ਹਾਈ ਕੋਰਟ 'ਚ ਇਕੱਠੇ ਬਹਿੰਦੇ ਹਾਂ, ਤੇ ਉਹ ਫਿਰ ਮੈਂ ਬੈਠਾ ਸੀ, ਤੇ ਉਹ ਮੈਨੂੰ ਕਹਿੰਦੇ ਜੀ ਸਾਨੂੰ ਫਾਈਲ ਚਾਹੀਦੀ ਨਾ। ਤਾਂ ਮੈਂ ਕਿਹਾ ਜੀ ਉਹ ਆ ਜਾਂਦੇ ਹੈਗੇ, ਤੇ ਮੈਂ ਕਿਹਾ ਵਜ੍ਹਾ ਕੀ ਹੈਗੀ? ਕਹਿੰਦੇ ਜੀ ਵੀ ਤੁਸੀਂ ਤਾਂ ਨਾ, ਇਹ ਤਾਂ ਸਾਨੂੰ ਪਤਾ ਲੱਗਿਆ ਵੀ ਸਿਮਰਨਜੀਤ ਤਾਂ ਖਾਲਿਸਤਾਨ ਦੀ ਗੱਲ ਕਰੂਗਾ ਸਾਡੇ ਕੇਸ ਦੇ ਵਿੱਚ। ਤੇ ਮੈਂ ਕਿਹਾ ਯਾਰ ਇਹ ਤਾਂ ਤੁਸੀਂ ਸਾਰੀ ਉਮਰ ਹੀ ਕਰਦੇ ਰਹੇ ਹੋਗੇ, ਤੁਹਾਡੇ ਤਾਂ ਭਾਈ ਮੋਹਕਮ ਸਿੰਘ ਦਾ 19 ਟਕਸਾਲ ਦਾ ਮੁੱਖ ਬੁਲਾਰਾ ਰਿਹਾ ਹੈਗਾ,
ਤੁਸੀਂ ਹੁਣ ਖਾਲਿਸਤਾਨ ਦੇ ਨਾਂ ਤੇ ਉੱਥੇ ਇਹਨਾਂ ਦੇ ਭਤੀਜੇ ਸੀ ਉਹ ਇਹ ਚਾਹੁੰਦੇ ਨਹੀਂ ਸੀ ਕਿ ਸਾਡੇ ਤੋਂ ਫਾਈਲ ਜਾਵੇ। ਬਲਵੰਤ ਸਿੰਘ ਗੋਪਾਲਾ ਨੇ ਉਹਨਾਂ ਦੀ ਵੱਸ ਨਹੀਂ ਚੱਲ ਰਹੀ ਸੀ, ਪਰ ਇਹਨਾਂ ਦਾ ਬੇਟਾ ਜਿੱਦ ਕਰ ਰਿਹਾ ਸੀ। ਉਹ ਮੈਂ ਕਹਿ ਸਮਝਾ ਵਜਾ ਕੇ ਇੱਕ ਤੌਰ ਤੇ ਇੱਕ ਵਾਰੀ ਭੇਜਿਆ, ਉਹ ਫੇਰ ਆ ਗਿਆ 2 ਘੰਟੇ ਬਾਅਦ, ਕਹਿੰਦੇ ਪਾਪਾ ਦਾ ਅੰਦਰੋਂ ਫੋਨ ਆਇਆ, ਮੈਂ ਫਾਈਲ ਦਵਾਓ ਲੈ ਕੇ ਵੀ ਸਿਮਰਨਜੀਤ ਤੂੰ ਆਪਾਂ ਕੇਸ ਨਹੀਂ ਕਰਾਉਣੇ, ਤਾਂ ਖਾਲਿਸਤਾਨ ਦੀ ਗੱਲ ਕਰੂਗਾ। ਮੈਂ ਕਿਹਾ ਤੁਹਾਡੇ ਕੇਸ ਖਾਲਿਸਤਾਨ ਵਾਲੀ ਗੱਲ ਹੈ ਕੀ? ਅਗਲੇ ਦਿਨ ਹੁਣ ਮੈਂ ਦੱਸਦਾ ਗੱਲ ਕੀ ਆ। ਹੁਣ ਸਿਮਰਨਜੀਤ ਨੇ ਤਾਂ ਕੋਈ ਪੈਸਾ ਵੀ ਨਹੀਂ ਲੈਣਾ ਸੀ। ਅਗਲੇ ਦਿਨ ਵਕੀਲ ਕੋਈ ਹੋਰ ਕਰ ਲਿਆ, ਉਹ ਵਕੀਲ ਅਗਲੇ ਦਿਨ ਮੈਨੂੰ ਮਿਲ ਗਿਆ। ਵਕੀਲ ਕਹਿੰਦਾ ਸਿੱਧੂ ਸਾਹਿਬ ਕੇਸ ਤਾਂ ਆ ਗਿਆ ਆਪਣੇ ਕੋਲੇ, ਆਹ ਦੇਖੋ ਫੀਸ ਵੀ ਆ ਗਈ। ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਇੱਕ ਪਾਸੇ ਦਾ ਬੰਦਾ ਉਹ ਜਿਹਨੇ ਉਮਰ ਕੱਢਤੀ ਇਹਨਾਂ ਦੇ ਪਿੱਛੇ, ਇਹ ਕੇਸਾਂ ਦੇ ਪਿੱਛੇ। ਹੁਣ ਮੈਂ ਤੁਹਾਨੂੰ ਮੈਨੂੰ ਉਸ ਦਿਨ ਤੋਂ ਮੇਰੇ ਮਨ ਨੂੰ ਬਹੁਤ ਸੱਟ ਵੱਜੀ ਕਿ ਇਹਨਾਂ ਨੇ ਕਿੰਨੇ ਹਜ਼ਾਰ ਮੁੰਡਾ ਮਰਵਾਇਆ ਪੰਜਾਬ ਦਾ, ਚਾਹੇ ਹਿੰਦੂ ਹੈ, ਸਿੱਖ ਹੈ, ਚਾਹੇ ਕੋਈ ਫਿਰਕੇ ਦਾ ਹੈ। ਮੋਹਕਮ ਸਿੰਘ ਵਰਗਿਆਂ ਨੂੰ ਪੁੱਛਣ ਵਾਲਾ ਹੈ। ਪਹਿਲਾਂ ਤਾਂ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਸੀ, 20 ਫੁੱਟ ਦਾ ਐਡਾ ਵੱਡਾ ਪੋਸਟਰ ਸੰਤ ਜਰਨੈਲ ਸਿੰਘ ਦਾ ਤੁਸੀਂ ਲਾਇਆ ਸਰਬੱਤ ਖਾਲਸਾ ਕਰਨ ਵੇਲੇ। ਤੁਸੀਂ ਕਹਿੰਦੇ ਹੋ ਵੀ ਸੰਤ ਜਰਨੈਲ ਸਿੰਘ ਦਾ ਬਚਨ ਹੈ ਕਿ ਜਿਸ ਦਿਨ ਆਪਰੇਸ਼ਨ ਆਪਣੇ ਤੇ ਹਮਲਾ ਹੋਇਆ ਅਕਾਲ ਤਖਤ ਸਾਹਿਬ ਦੇ ਉੱਤੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊ। ਬਿਲਕੁਲ ਤੁਸੀਂ ਹੁਣ ਤੱਕ ਉਹ ਪ੍ਰਚਾਰਿਆ। ਹੁਣ ਤੁਸੀਂ ਇਹ ਕਹਿਣੇ ਹੋਗੇ ਕਿ ਵੀ ਇਹ ਖਾਲਿਸਤਾਨ ਦੇ ਵਕੀਲ ਉਹਦੀ ਗੱਲ ਕਰੋ, ਅਸੀਂ ਕੇਸ ਲੈ ਜਾਂਦੇ ਹਾਂ। ਇਹ ਜਿਹੜੇ ਮੈਂ ਤੁਹਾਨੂੰ ਗੱਲ ਕਹਿ ਰਿਹਾ, ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਨੇ, ਮੈਂ ਉੱਥੇ ਵੀ ਜਾ ਕੇ ਕਹਿਣ ਨੂੰ ਤਿਆਰ ਹਾਂ, ਬੁਲਾਇਆ ਜਾਵੇ ਇਹਨਾਂ ਨੂੰ। ਇਹ ਜੇ ਕਹਿੰਦੇ ਵੀ ਅਸੀਂ ਨਹੀਂ ਮੰਨਦੇ, ਭਾਈ ਧਿਆਨ ਸਿੰਘ ਮਾਂਡਰ ਨੇ, ਮੈਂ ਉਹਨਾਂ ਦੇ ਅੱਗੇ ਪੇਸ਼ ਹੋਊਂਗਾ, ਇਹ ਗੱਲ ਨਾ ਹੋਵੇ। ਮਜ਼ੇ ਦੀ ਗੱਲ ਤੁਹਾਨੂੰ ਮੈਂ ਇਸ ਤੋਂ ਹੋਰ ਦੱਸਦਾ। ਮੈਂ ਸਿਮਰਨਜੀਤ ਨੂੰ ਪੁੱਛਿਆ ਕਿ ਸਿਮਰਨਜੀਤ, ਮੈਂ ਇਹਨੂੰ ਕਿਹਾ ਫਾਈਲ ਫੜਾ, ਉਹਨੇ ਫਾਈਲ ਦਿੱਤੀ। ਮੈਂ ਇਹ ਗੱਲ ਕੀ ਹੈ? ਉਹ ਕਹਿੰਦੇ 3-4 ਸਾਲ ਪਹਿਲਾਂ ਨਾ ਇੱਕ ਮੀਟਿੰਗ ਹੋਈ ਸੀਗੀ ਸਾਰੇ ਅਕਾਲੀ ਦਲਾਂ ਦੀ, ਅਕਾਲੀ ਦਲ ਮਾਨ ਦੀ, ਰਵਿੰਦਰ ਸਿੰਘ ਦੀ, ਯੂਨਾਈਟਿਡ ਅਕਾਲੀ ਦਲ ਦੇ, ਇਹਨਾਂ ਦੀ, ਕਈ ਸਾਰੇ ਇਕੱਠੇ ਬੈਠੇ ਸੀ ਅੰਮ੍ਰਿਤਸਰ ਦੇ ਵਿੱਚ। ਤੇ ਜਸਵੰਤ ਸਿੰਘ ਮਾਨ ਵੀ ਉੱਥੇ ਬੈਠੇ ਸੀਗੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ। ਤੇ ਉੱਥੇ ਉਹ ਗੱਲ ਚੱਲੀ, ਤੇ ਉਹ ਹੁਣ ਕਿਉਂਕਿ ਸਿਮਰਜੀਤ ਸਿੰਘ ਮਾਨ ਨਾਲ ਕੋਈ ਵੀ ਗੱਲ ਚੱਲੂਗੀ ਤਾਂ ਉੱਥੇ ਖਾਲਿਸਤਾਨ ਦੀ ਗੱਲ ਤਾਂ ਹੋਣੀ ਹੈਗੀ। ਤੇ ਉਹ ਜੋ ਖਾਲਿਸਤਾਨ ਦੀ, ਤੇ ਸਭ ਤੋਂ ਵੱਧ ਕਹਿੰਦੇ ਉੱਥੇ ਜਿਹੜਾ ਬੰਦੇ ਨੂੰ ਹੋਈ ਨਾ ਐਲਰਜੀ ਖਾਲਿਸਤਾਨ ਨਾ 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 ਨਾ, ਉਹ ਕਹਿੰਦੇ ਮੋਹਕਮ ਸਿੰਘ ਸੀ ਕਹਿਣ ਵਾਲਾ ਵੀ ਨਹੀਂ ਅਸੀਂ ਇਸ ਚੀਜ਼ ਦੇ ਉੱਤੇ ਨਹੀਂ ਹੈਗੇ, ਅਸੀਂ ਕਰਨੀ ਗੱਲ। ਕੀ ਲੱਗਦਾ ਕੀ ਮੋਟਿਵ ਹੋਣਾ ਉਹਨਾਂ ਦਾ? ਮੈਂ ਤੁਹਾਨੂੰ ਦੱਸ ਤੁਹਾਨੂੰ। ਉਸ ਤੋਂ ਬਾਅਦ ਦੇ ਵਿੱਚ ਮਨਜੀਤ ਸਿੰਘ ਕਲਕੱਤੇ ਨੇ ਕਿਹਾ ਜੀ ਮੈਂ ਤਾਂ ICS ਕਪੂਰ ਸਿੰਘ ਦਾ ਸਟੂਡੈਂਟ ਰਿਹਾ ਤੇ ਸਿੱਖ ਹੋਮਲੈਂਡ ਦੀ ਸਾਡੀ ਗੱਲ ਹੈ। ਪ੍ਰਿੰਸੀਪਲ ਹਰਦੀਪ ਸਿੰਘ ਬਾਜਵਾ ਬਟਾਲੇ ਵਾਲੇ ਸੀ, ਇਹ ਸਾਰੇ ਸੀ। ਉੱਥੋਂ ਸਿਮਰਜੀਤ ਨੇ ਇਹੀ ਗੱਲ ਕਹੀ, ਕਹਿੰਦੇ ਮੋਹਕਮ ਸਿੰਘ ਜੀ ਤੂੰ ਤੁਹਾਡੇ ਪਿੱਛੇ ਲੱਗ ਕੇ ਇੰਨੇ ਹਜ਼ਾਰ ਮੁੰਡੇ ਸ਼ਹੀਦ ਹੋਏ ਹੈਗੇ, ਬਿਲਕੁਲ ਹੁਣ ਤੁਸੀਂ ਖਾਲਿਸਤਾਨ ਦੀ ਗੱਲ ਤੋਂ ਕਿਉਂ ਚੱਲਦੇ ਹੋ? ਉਹ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਉਹਨਾਂ ਦੇ ਦਿਮਾਗ ਦੇ ਉੱਤੇ ਇਹ ਸੀ ਕਿ ਸਿਮਰਨ ਨੇ ਤਾਂ ਗੱਲ ਹੀ ਇਸ ਚੀਜ਼ ਦੀ ਕਰੂਗਾ, ਕਿਉਂਕਿ ਉਹਨੂੰ ਸਵਾਲ ਕਰਤਾ ਸੀ ਨਾ ਜਾ ਕੇ। ਹੁਣ ਇਹ ਤਾਂ ਦੇਖੋ ਭਾਈ ਮੋਹਕਮ ਸਿੰਘ ਹੀ ਦੱਸ ਸਕਦੇ ਆ ਕਿ ਮੈਂ ਦਮਨਵੀਰ ਟਕਸਾਲ ਦਾ ਬੁਲਾਰਾ ਰਿਹਾ। ਗੱਲ ਮੈਂ ਸਰਬੱਤ ਖਾਲਸਾ 86 ਵੀ ਕਰਾਇਆ ਹੈਗਾ, ਸਰਬੱਤ ਖਾਲਸਾ ਇਹ ਵੀ ਕਰਾਇਆ ਹੈਗਾ। ਉਹਨਾਂ ਨੂੰ ਡਰ ਹੋਣਾ ਨਾ ਸ਼ਾਇਦ ਕੋਈ ਬੇਲ ਰਿਜੈਕਟ ਨਾ ਹੋ ਜੇ, ਕੀ ਪਤਾ ਲੱਗਦਾ, ਕਿਉਂਕਿ ਸਿਮਰਨਜੀਤ ਸਿੰਘ ਜਿਹੜਾ ਉਹਨਾਂ ਦੇ ਕੇਸ ਲੜਦੇ ਨੇ, ਜਗਤਾਰ ਸਿੰਘ ਹਵਾਰਾ ਦੇ, ਜਗਤਾਰ ਸਿੰਘ ਤਾਰਾ ਭਿਓਰਾ ਵਰਗਿਆਂ, ਉਹ ਤਾਂ ਬੇਲ ਤੋਂ ਡਰਦਾ ਹੈਗਾ। ਤੇ ਜਿਹੜਿਆਂ ਦੇ ਪੁੱਤ ਮਰ ਜਾਂਦੇ ਹੈਗੇ ਉਹ ਤਾਂ ਉਹਨਾਂ ਦੇ ਘਰਾਂ ਦੇ ਘਰ ਹੀ ਉੱਜੜ ਗਏ ਹੈਗੇ, ਤੇ ਉਹਨਾਂ ਦਾ ਨਾ ਸੋਚਿਆ ਕਦੇ ਉਹਨਾਂ ਨੇ। ਨਹੀਂ, ਉਹਨਾਂ ਦਾ ਹੋਰ ਮੋਟਿਵ ਵੀ ਹੋ ਸਕਦਾ ਕੋਈ, ਇਹ ਤਾਂ ਫਿਰ ਭਾਈ ਮੋਹਕਮ ਸਿੰਘ ਹੀ ਦੱਸ ਸਕਦੇ ਨੇ ਨਾ। ਤੁਸੀਂ ਚਲੋ ਕਹਿ ਰਹੇ ਹੋ, ਅਸੀਂ ਉਹਨਾਂ ਤੋਂ ਵੀ ਸਫਾਈ ਲਵਾਂਗੇ, ਉਹਨਾਂ ਤੋਂ ਵੀ ਪੁੱਛਾਂਗੇ, ਸਫਾਈ ਲਓ, ਉਹਨਾਂ ਤੋਂ ਵੀ ਪੁੱਛਾਂਗੇ ਕਿ ਉਹਨਾਂ ਦਾ ਕੀ ਕਹਿਣਾ। ਉਹਨਾਂ ਨੂੰ ਇਹ ਪੁੱਛੋ ਵੀ ਮੈਂ ਉਸ ਦਿਨ ਤੋਂ ਬਾਅਦ ਇਹ ਹਿਸਾਬ ਲਾ ਲਿਆ ਕਿ ਇਹ ਸਿੱਖੀ ਨਹੀਂ ਹੈਗੀ, ਇਹ ਸਿੱਖੀ ਵਾਲੀ ਕੋਈ ਗੱਲ, ਇਹ ਤਾਂ ਕੋਈ ਕੀ ਸਿਸਟਮ ਹੈਗਾ। ਸਿੱਖਾਂ ਦੀ ਗੱਲ ਹੋਣੀ ਚਾਹੀਦੀ ਹੈ, ਸਿੱਖ ਸ਼ੁੱਡ ਬੀ ਗਿਵਨ ਐਜੂਕੇਸ਼ਨ ਦੀ ਗੱਲ ਕਰੋ। ਸਾਡਾ ਇੱਕ ਏਜੰਡਾ ਹੋਣਾ ਚਾਹੀਦਾ। 100% ਲਿਟਰੇਸੀ ਰੇਟ ਅਸੀਂ ਕਿਹੜੇ ਸਾਲ ਲੈ ਕੇ ਆ ਰਹੇ ਹਾਂ? 2025 'ਚ ਲੈ ਕੇ ਆ ਰਹੇ ਹਾਂ, 2030 'ਚ ਲੈ ਕੇ ਆ ਰਹੇ ਹਾਂ, 2035 'ਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੂ ਭਗਤਾਂ ਦੀਆਂ, ਮੁਸਲਮਾਨਾਂ ਦੇ, ਆਪਣੇ ਜਿਹੜੇ ਫਕੀਰਾਂ ਦੀਆਂ, ਹਰ ਗੁਰੂ ਸਾਹਿਬਾਨ ਦੀਆਂ, ਹਰ ਉਹਦੇ 'ਚ ਉਹ ਹੈਗਾ। ਤਾਂ ਸਰਬ ਸਾਂਝੀਵਾਲਤਾ ਦੀ ਗੱਲ ਕਰੀਏ, ਇਹ ਜਿਹੜੇ ਹਿੰਦੂਆਂ ਨੂੰ, ਸਿੱਖਾਂ ਦਾ ਜਿਹੜਾ ਇਹ ਪਾੜਾ ਹੈਗਾ, ਮੈਂ ਕਹਿ ਰਿਹਾ ਵੀ ਉਧਰੋਂ ਸੈਣੀ ਨੇ ਸਟੈਂਡ ਲਿਆ, ਉਧਰੋਂ ਇਹਨਾਂ ਨੇ ਇਹ ਗੱਲ ਚਲਾਈ ਹੈਗੀ। ਤੇ ਅੱਗ ਕਿਹਨੇ ਜਰਿਆ? ਪੰਜਾਬ ਦੇ ਲੋਕਾਂ ਨੇ। ਇਹ ਦੁਬਾਰੇ ਅੱਗ ਨਹੀਂ ਲੱਗਣੀ ਚਾਹੀਦੀ। ਸਿੱਧੂ ਸਾਹਿਬ, ਅਸੀਂ ਅਗਲੇ ਐਪੀਸੋਡ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਡੇ ਦਰਸ਼ਕਾਂ ਦੇ ਤੁਹਾਨੂੰ ਰੂਬਰੂ ਕਰਾਈਏ, ਤਾਂ ਕਿ ਹੋਰ ਜਿਹੜੇ ਸਿੱਖ ਮਸਲੇ ਨੇ, ਕਿਉਂਕਿ ਜੇ ਵੱਖਵਾਦੀਆਂ ਦੀ ਗੱਲ ਹੁੰਦੀ ਹੈ, ਖਾਲਿਸਤਾਨ ਮੂਵਮੈਂਟ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਦੀ ਗੱਲ ਹੁੰਦੀ ਹੈ, ਤਾਂ ਉੱਥੇ ਸਿੱਖਾਂ ਦੇ ਵਿੱਚ ਐਜੂਕੇਸ਼ਨ ਹੋਣੀ ਵੀ ਬਹੁਤ ਜ਼ਰੂਰੀ ਹੈ। ਉਹਨਾਂ ਤੋਂ ਵੱਖਰਾ ਹੋ ਕੇ ਇਹ ਨਾ ਹੋਵੇ ਕਿ ਤੁਸੀਂ ਜੇਲ੍ਹਾਂ ਭਰੀ ਜਾਓ, ਹੋਰ ਪਾਸੇ ਜਾ ਰਹੇ ਹੋ। ਤੇ ਇਹ ਜ਼ਰੂਰੀ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ, ਜੇਕਰ ਪੜ੍ਹੇ ਲਿਖੇ ਹੋਣਗੇ ਤਾਂ ਹੀ ਉਹ ਜਿਹੜਾ ਇਹਨਾਂ ਚੀਜ਼ਾਂ ਦਾ, ਮਨੁੱਖੀ ਅਧਿਕਾਰਾਂ ਦੀ ਤਾਂ ਹੀ ਗੱਲ ਕਰਨਗੇ ਜੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਏਗਾ। ਮੈਂ ਅਖੀਰ ਦੇ ਵਿੱਚ ਉਹੀ ਸਵਾਲ ਰਿਪੀਟ ਕਰਦਾ, ਮੈਂ ਚਾਹੁੰਦਾ ਕਿ ਤੁਸੀਂ 2 ਟੁਕ ਵਿੱਚ ਜਵਾਬ ਦਿਓ, ਕਿਉਂਕਿ ਉਹਦਾ ਜਵਾਬ ਲੈਣਾ ਬਹੁਤ ਜ਼ਰੂਰੀ ਹੈ। ਤੁਸੀਂ ਇੰਨਾ ਸਮਾਂ ਚੁੱਪ ਕਿਉਂ ਨੇ, ਹੁਣ ਕਿਉਂ ਆ ਕੇ ਬੋਲੇ? ਸਿਰਫ 2 ਟੁਕ ਵਿੱਚ ਜਵਾਬ ਦਿਓ। ਹੁਣ ਮੈਨੂੰ ਮਹਿਸੂਸ ਹੁੰਦਾ ਕਿ ਆਈ ਵਾਸ ਇਨ ਡਿਪਰੈਸ਼ਨ।
ਮੈਂ ਇੰਨਾ ਕੁਝ ਅੱਖੀਂ ਦੇਖ ਲਿਆ 2012 ਤੋਂ ਲੈ ਕੇ 2016 ਤੱਕ। ਹੂੰ ਮੈਨੂੰ ਲੱਗਿਆ ਕਿ ਇਹ ਜੋ ਕੁਝ ਹੋ ਰਿਹਾ ਹੈਗਾ, ਹੂੰ ਕਿਉਂਕਿ ਜ਼ੁਲਮ ਸਹਿਣਾ ਪਾਪ ਹੈ, ਹੂੰ ਜ਼ੁਲਮ ਕਰਨਾ ਪਾਪ ਹੈ, ਜ਼ਾਲਮ ਦਾ ਸਾਥ ਵੀ ਦੇਣਾ ਪਾਪ ਹੈ। ਬਿਲਕੁਲ। ਮੈਂ ਉਹ ਜ਼ਾਲਮ ਬੰਦੇ, ਚਾਹੇ ਪੰਥਕ ਸ਼ਖਸੀਅਤਾਂ ਹੋਣ, ਚਾਹੇ ਪੁਲਿਸ ਵਾਲੇ ਹੋਣ, ਜੇ ਮੈਂ ਪੁਲਿਸ ਵਾਲਿਆਂ ਨੂੰ ਜ਼ਾਲਮ ਕਹਿਣਾ ਤਾਂ ਮੈਂ ਆਪਦੇ ਜਿਹੜੇ ਲੋਕ ਪੰਥ ਦੇ ਨਾਂ ਵੇਚ ਰਹੇ ਆ, ਮੈਂ ਉਹਨਾਂ ਨੇ ਜੇ ਕੀਤਾ ਤਾਂ ਮੈਂ ਉਹਨਾਂ ਨੂੰ ਵੀ ਕੰਡੈਮ ਕਰ ਦਾਂਗਾ ਇਸ ਚੀਜ਼ ਬਾਰੇ। ਮੈਂ ਅੱਜ ਤੱਕ ਉਸ ਚੀਜ਼ ਦੇ ਬਾਰੇ ਮੈਂ ਡਿਸਟਰਬ ਹੁੰਨਾ ਗਾ, ਮੈਂ ਬਹੁਤ ਅੰਦਰਲੀਆਂ ਗੱਲਾਂ ਇਹਨਾਂ ਦੀਆਂ ਜਾਣਦਾਗਾ। ਮੈਨੂੰ ਇਹ ਹੁੰਦਾ ਕਿ ਕਰੀ ਕੀ ਜਾਂਦੇ ਆ। ਬਿਲਕੁਲ। ਇਹੀ ਲੀਡਰਸ਼ਿਪ ਜੇ ਸਾਨੂੰ ਚਾਹੀਦੀ ਹੈਗੀ, ਪੜ੍ਹੇ ਲਿਖਿਆਂ ਦੀ ਅਸੀਂ ਇਹਨਾਂ ਦੇ ਇਹ ਸਾਡੇ ਲੀਡਰ ਹੋਣਗੇ। ਵਿੱਚ ਰਹਿ ਕੇ ਤੁਸੀਂ ਦੇਖਿਆ ਚੀਜ਼ ਤਾਂ ਪੈਂਦੀ ਹੈ ਨਾ ਕਿ ਇਸ ਤਰੀਕੇ ਨਾਲ। ਮੈਨੂੰ ਤਾਂ ਜੀ ਦੇਖੋ, ਆਈ ਵਾਸ ਪੁਸ਼ ਟੂ ਦਾ ਕਾਰਨਰ। ਜਦੋਂ ਤੁਸੀਂ ਮੈਨੂੰ ਸੈਣੀ ਨੇ ਵੀ ਉਧਰ ਕਰਤਾ, ਮੇਰੇ ਕੋਲ ਕੇਸ ਆਉਂਦੇ ਹੁੰਦੇ ਸੀ ਤਾਂ ਕੇਸ ਨੈਚੁਰਲ ਸੀ, ਮੇਰੇ ਕੋਲ ਉਹ ਜਿਹੇ ਕੇਸ ਆਉਣ ਲੱਗੇ। ਇਹ ਥੋੜੀ ਸੀ ਕਿ ਮੇਰੀ ਉਹੀ ਜੀ ਮੈਂ ਉਹ ਬਣ ਗਿਆ ਸੀਗਾ। ਬਿਲਕੁਲ। ਮੈਂ ਉਸ ਚੀਜ਼ ਦਾ ਸੰਤਾਪ ਭੋਗ ਗਿਆ ਹੈਗਾ। ਮੈਂ ਉਸ ਚੀਜ਼ ਨੂੰ ਦੇਖਣਾ ਤਾਂ ਮੈਂ ਬੜਾ ਤੌਰ ਤੇ, ਮੈਂ ਮਾਨਸਿਕ ਤੌਰ ਤੇ ਮੈਂ ਬੜਾ ਜ਼ਿਆਦਾ ਉਹ ਸੀ ਆ। ਹੁਣ ਤਾਂ ਮੈਂ ਮੀਡੀਆ 'ਚ ਆਉਣਾ ਨਹੀਂ ਚਾਹੁੰਦਾ ਸੀ। ਉਹ ਤਾਂ ਮੈਂ ਮੈਨੂੰ ਮੀਡੀਆ ਚੈਨਲ ਨੂੰ ਮੈਂ ਦੱਸੀ ਕਿ ਉਸ ਵੇਲੇ ਇੱਕ ਆਹ ਗੱਲ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਬਾਰੇ, ਔਰ ਉਹਨਾਂ ਨੇ ਮੈਨੂੰ ਅਸਿਸਟ ਕਰਕੇ ਲਿਆਇਆ। ਉਧਰੋਂ ਤੁਹਾਡਾ ਹੋ ਗਿਆ। ਮੈਂ ਹੁਣ ਵੀ ਕਹਿਣਾ ਵੀ ਮੈਂ ਕਿਤੇ ਵੀ ਹੁੰਦਾ, ਪਰ ਮੈਂ ਕਿਹਾ ਨਹੀਂ, ਹੁਣ ਸਾਨੂੰ ਉੱਠਣਾ ਪਊਗਾ, ਕਿਉਂਕਿ ਪੰਜਾਬ ਨੂੰ ਦੁਬਾਰੇ ਅਸੀਂ ਉਸ ਅੱਗ 'ਚ ਨਹੀਂ ਸਿੱਟ ਸਕਦੇ। ਇਹ ਪੰਜਾਬ ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ ਸਾਂਝਾ ਹੈਗਾ। ਅਸੀਂ ਭਰਾ ਹੀ ਬਣ ਕੇ ਰਹਿਣਾ ਚਾਹੁੰਦੇ ਹੈਗੇ। ਬਿਲਕੁਲ ਜੀ। ਕੋਈ ਵੀ ਕਿਸੇ ਦਾ ਮਰੇ, ਚਾਹੇ ਉਹ ਹਿੰਦੂ ਦਾ ਮਰੇ, ਚਾਹੇ ਉਹ ਸਿੱਖ ਦਾ ਮਰੇ, ਉਹ ਸਾਡਾ ਆਪਣਾ ਹੈਗਾ। ਕਿਸੇ ਨੇ ਨਹੀਂ ਸੰਭਾਲਿਆ। ਜੇ ਤੁਸੀਂ ਦੱਸੋ ਵੀ ਇਸ ਸੰਤਾਪ ਦੇ ਵਿੱਚ ਪੁਲਿਸ ਵਾਲਿਆਂ ਦੇ ਬੱਚੇ ਹੋਣ ਜਾਂ ਆਮ ਦੇ ਬੱਚੇ ਹੋਣ, ਮੈਂ ਉਹਨਾਂ ਨੂੰ ਵੀ ਜਾਣ ਦਾਂਗਾ। ਉਹਨਾਂ ਦਾ ਵੀ ਸ਼ੋਸ਼ਣ ਹੋਇਆ, ਉਹਨਾਂ ਦਾ ਸੰਤਾਪ ਹੋ ਗਿਆ। ਅੱਜ ਕੱਲ੍ਹ ਮੀਡੀਆ ਚੈਨਲ ਦੇ ਉੱਤੇ ਇੱਕ ਲੜਕੀ ਹੈਗੀ ਸਿਮਰਨਜੀਤ ਕੌਰ ਗਿੱਲ, ਉਹ ਆਪ ਕਹਿ ਰਹੀ ਹੈ ਕਿ ਮੇਰਾ ਸ਼ੋਸ਼ਣ ਹੋਇਆ। ਉਹ ਤਾਂ ਕਿਸੇ ਖਾੜਕੂ ਦੀ ਬੇਟੀ ਸੀ ਨਾ। ਤੇ ਕੀ ਅਸੀਂ ਆਪਦੇ ਹਿੱਤਾਂ ਜਾਂ ਆਪਦੀਆਂ ਕੋਈ ਜਿਹੜੇ ਗੁੱਸੇ ਗਿੱਲਿਆਂ ਤੋਂ ਅੱਗੇ ਸੋਚ ਨਹੀਂ ਰਹੇ, ਅਸੀਂ ਸਾਡੇ ਬੱਚਿਆਂ ਦਾ ਕੀ ਬਣੂਗਾ। ਬਿਲਕੁਲ। ਸਾਨੂੰ ਇਹ ਚੀਜ਼ ਸੋਚਣੀ ਪਊਗੀ ਕਿ ਅਸੀਂ ਪੰਜਾਬ ਕਿੱਥੇ ਲੈ ਕੇ ਜਾ ਰਹੇ ਹਾਂ। ਹੁਣ ਅਸੀਂ ਇੰਟਰਨੈਸ਼ਨਲ ਫੋਰਾ ਦੇ 'ਚ ਪਹੁੰਚ ਗਿਆ ਹੈਗਾ ਪੰਜਾਬ ਕਹਿ ਲਓ। ਸਾਨੂੰ ਦੇਖਣਾ ਪਊਗਾ। ਜੀਓਪੋਲੀਟੀਕਲ ਬਦਲਾਵ ਹੋ ਰਹੇ ਹੈਗੇ। ਜੀਓਪੋਲੀਟੀਕਲ ਲੈਵਲ ਦੇ ਹਰ ਪੰਜਾਬੀ ਨੂੰ ਸੋਚਣਾ ਪਊਗਾ। ਜੀ ਬਿਲਕੁਲ। ਸੋ ਗੁਰਵਿੰਦਰ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਸੀ। ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਸਾਰਾ ਖੁਲਾਸਾ ਕੀਤਾ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਨਿਯੁਕਤੀ ਤੋਂ ਲੈ ਕੇ, ਕਿਵੇਂ ਇਹਨਾਂ ਨੇ ਜਿਹੜਾ ਉਸ ਚੁਣੌਤੀ ਦੀਆਂ ਪਟੀਸ਼ਨਾਂ ਨੂੰ ਜਿਹੜਾ ਹੈਂਡਲ ਕੀਤਾ। ਸਿੱਧੂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ D5 ਚੈਨਲ ਪੰਜਾਬੀ ਦੇ ਸਮਾਂ ਦਿੱਤਾ। ਅਸੀਂ ਅੱਗੋਂ ਵੀ ਤੁਹਾਡਾ ਸਮਾਂ ਲੈਂਦੇ ਰਹਾਂਗੇ। ਧੰਨਵਾਦ। ਸੋ ਅਸੀਂ ਅੱਗੋਂ ਵੀ ਇਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਇਸ ਇੰਟਰਵਿਊ ਦੇ ਦੌਰਾਨ ਜਿਹੜੇ ਵੀ ਇਹਨਾਂ ਨੇ ਖੁਲਾਸੇ ਕੀਤੇ ਨੇ, ਅਸੀਂ ਅਗਲੇ ਸਮੇਂ ਦੇ ਵਿੱਚ ਭਾਈ ਮੋਹਕਮ ਸਿੰਘ ਤੱਕ ਵੀ ਪਹੁੰਚ ਕਰਾਂਗੇ। ਉਹਨਾਂ ਤੋਂ ਵੀ ਜਾਣਾਂਗੇ ਕਿ ਆਖਿਰਕਾਰ ਉਹਨਾਂ ਨੇ ਇਹ ਗੱਲ ਕਿਉਂ ਕਹੀ ਜੋ ਇਹ ਖੁਲਾਸਾ ਕਰ ਰਹੇ ਨੇ ਕਿ ਉਸ ਵੇਲੇ ਜਿਹੜਾ ਚੈਂਬਰ ਦੇ ਵਿੱਚ ਜਾ ਕੇ ਜਿਹੜੀ ਇਹ ਗੱਲਬਾਤ ਹੋਈ ਹੈ, ਇੱਕ ਬੇਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦਾ ਨਾਮ ਨਾ ਲਿਆ ਜਾਵੇ ਕਿਤੇ ਉੱਥੇ ਜਾ ਕੇ। ਇਹਨਾਂ ਸਾਰੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਅੱਗੇ ਤੋਂ ਗੁਰਵਿੰਦਰ ਸਿੰਘ ਨੂੰ ਵੀ ਤੁਹਾਡੇ ਫਿਰ ਤੋਂ ਰੂਬਰੂ ਕਰਾਵਾਂਗੇ। ਹੋਰ ਵੀ ਜਿਹੜਾ ਸਿੱਖ ਕੌਮ ਦੇ ਵਿੱਚ ਕੀ ਕੁਝ ਹੋ ਸਕਦਾ, ਕਿ ਕੁਝ ਤਬਦੀਲੀਆਂ, ਜਿਵੇਂ ਕਹਿੰਦੇ ਨੇ ਕਿ ਸਿੱਖਿਆ ਦਾ ਮਸਲਾ ਜਿਹੜਾ ਉਹ ਮੇਨ ਹੋਣਾ ਚਾਹੀਦਾ। ਸਰਬੱਤ ਖਾਲਸੇ ਵਿੱਚ ਕੀ ਕੁਝ ਹੋਇਆ ਸੀ, ਇਹ ਬੜਾ ਇਹਨਾਂ ਨੇ ਨੇੜਿਓਂ ਤੱਕਿਆ। ਦਾਦੂਵਾਲ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਹੋਰ ਜਿਹੜੇ ਸਿੱਖ ਆਗੂ ਉਸ ਵੇਲੇ ਸੀਗੇ, ਸਿਮਰਨਜੀਤ ਸਿੰਘ ਮਾਨ ਵਰਗੇ ਹੋਰ ਵੀ ਬੜੇ ਆਗੂ ਜਿਹੜੇ ਉਸ ਵੇਲੇ ਸਟੇਜ ਤੇ ਮੌਜੂਦ ਸੀ। ਸਰਬੱਤ ਖਾਲਸਾ, ਕਈ ਲੋਕਾਂ ਦੀ ਇਹ ਸੋਚ ਹੈ ਕਿ ਉਹ ਉਸ ਵੇਲੇ ਤੇ ਹੁਣ ਇਸ ਵੇਲੇ ਇੱਕ ਫਲੋਪ ਸ਼ੋ ਸਾਬਤ ਹੋਇਆ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਭਾਈ ਧਿਆਨ ਸਿੰਘ ਮੰਡ ਤੇ ਵੀ ਸਵਾਲ ਉੱਠਦੇ ਰਹੇ। ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੋਈ ਜਿਹੜਾ ਤਣ ਪੱਤਨ ਨਹੀਂ ਲੱਗਿਆ। ਕੁਝ ਇੱਕ ਦੀ ਰਿਹਾਈ ਹੋਈ, ਬਾਕੀਆਂ ਦੀ ਹਾਲੇ ਵੀ ਰਿਹਾਈ ਦੇ ਲਈ ਸਰਕਾਰਾਂ ਤੱਕ ਅਪੀਲਾਂ ਜਾ ਰਹੀਆਂ ਨੇ। ਸੋ ਸਾਨੂੰ ਇੱਥੇ ਇਜਾਜ਼ਤ ਦਿਓ, ਅੱਗੇ ਫਿਰ ਰੂਬਰੂ ਹੋਵਾਂਗੇ ਹੋਰ ਪ੍ਰੋਗਰਾਮ ਲੈ ਕੇ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।